ਸੁਨਤ ਸਤ ਗੁਰੂ ਧੀਰਜ ਦੀਨ। ਪੂਰੇ ਸ਼੍ਰੀ ਨਾਨਕ ਇਛ ਕੀਨ। ਲਿਓ ਧਨ ਇਤੋ ਨਿਬਾਹੋ ਕਾਰ। ਕਰਤ ਕੀਰਤਨ ਲਓ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਕਰਨਾ ਨਿਧ ਆਵੈ ਧਾਇ। ਸਭ ਥਾਈਂ ਹੋਏ ਸਹਾਇ। ਐਸੇ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਵਿਖੇ ਚਵਰ ਸ਼ਤਰ ਤਖਤ ਦੇ ਮਾਲਕ ਸ਼ਬਦਾ ਅਵਤਾਰ ਹਲਤ ਪਲਤ ਦੇ ਰਖਿਅਕ ਜਾਗਤ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਸਤਿਗੁਰਾਂ ਜੀ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਤੰਤਾ ਦੇ ਜੋਗ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰਦਿਆਂ ਅੰਮ੍ਰਿਤ ਬਾਣੀ ਨੂੰ ਸਰਵਣ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਬਹੁਤ ਪ੍ਰੇਮ ਵਿੱਚ ਭਿੱਜ ਕਰਕੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਦਿ ਸ਼੍ਰੀ ਗ੍ਰੰਥ ਜੀ ਦੀ ਪਾਵਨ ਬੀਟ ਤਿਆਰ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਵਿਖੇ ਸਾਰੀ ਬਾਣੀ ਲਿਖਵਾ ਰਹੇ ਨੇ, ਲਿਖ ਰਹੇ ਨੇ ਭਾਈ ਗੁਰਦਾਸ ਜੀ। 52 ਅੱਖਰੇ ਬਾਣੀ ਲਿਖੀ ਗਈ। ਭੋਗ ਪਿਆ, ਸ਼ਾਮ ਦਾ ਸਮਾਂ ਹੋਇਆ।
ਜਦੋਂ ਘਰ ਵਾਪਸ ਗਏ ਨੇ, ਕੱਲ ਦੇ ਪ੍ਰਕਰਨ ਅੰਦਰ ਆਪ ਜੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਮਹਿਮਾ ਦੀ ਬਾਬਤ ਸੁਣਿਆ। ਜਦੋਂ ਘਰ ਗਏ, ਰਾਤ ਦਾ ਸਮਾਂ ਹੋਇਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿਸ਼ਰਾਮ ਕਰਨ ਦੇ ਲਈ ਲੇਟੇ ਨੇ। ਅਜੇ ਕੁਝ ਹੀ ਰਾਤ ਬਤੀਤ ਹੋਈ ਸੀ। ਮਨ ਅੰਦਰ ਖਿਆਲ ਆਇਆ, ਕਿ ਸੰਸਾਰ ਦੇ ਲੋਕ ਵਿਸ਼ਿਆਂ ਵਿਕਾਰਾਂ ਦੇ ਵਿੱਚ ਪਏ ਹੋਏ ਨੇ, ਖਚਤ ਨੇ। ਉਹ ਬਹੁਤਾ ਸਮਾਂ ਪਰਮੇਸ਼ਰ ਦੀ ਬੰਦਗੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ। ਵਿਕਾਰਾਂ ਵਿੱਚ ਪਿਆ ਹੋਇਆ ਸਾਰਾ ਸਮਾਂ ਲੰਘ ਜਾਂਦਾ ਹੈ। ਤੇ ਵੇਦ ਕਹਿੰਦੇ ਨੇ ਕਿ ਮਨੁੱਖ ਜਿਹੜਾ ਹੈ ਉਹ ਇੱਕ ਦਿਨ ਵਿੱਚ 24,000 ਸਵਾਸ ਲੈਂਦਾ ਹੈ। ਤੇ ਮਨੁੱਖ ਨੂੰ ਚਾਹੀਦਾ ਹੈ ਅੱਠੇ ਪੈਰ ਉਹ ਪ੍ਰਭੂ ਦਾ ਸਿਮਰਨ ਕਰੇ। ਕਲਯੁਗ ਦਾ ਸਮਾਂ ਤੇ ਕੋਈ ਮਨੁੱਖ ਇੰਨਾ ਸਮਾਂ ਸਿਮਰਨ ਨਹੀਂ ਕਰ ਸਕਦਾ। ਕੋਈ ਵਿਰਲਾ ਮਨੁੱਖ ਹੈ ਜਿਹੜਾ ਅੱਠੇ ਪੈਰ ਪਰਮੇਸ਼ਰ ਦੇ ਸਿਮਰਨ ਨਾਲ ਸੁਰਤ ਜੋੜ ਕੇ ਰੱਖੇ। ਕੋਈ ਐਸਾ ਉਪਰਾਲਾ ਕੀਤਾ ਜਾਵੇ, ਕਿਉਂਕਿ ਸਤਿਗੁਰੂ ਜੀ ਸੰਸਾਰ ਵਿੱਚ ਆਈ ਪਰਉਪਕਾਰ ਕਰਨ ਵਾਸਤੇ ਨੇ, ਜੀਵਾਂ ਦੇ ਭਲੇ ਵਾਸਤੇ। ਕੋਈ ਐਸਾ ਉਪਰਾਲਾ ਕੀਤਾ ਜਾਵੇ ਜਿਸ ਉਪਰਾਲੇ ਦੇ ਨਾਲ, ਜਿਸ ਕੁਝ ਸਮੇਂ ਦੇ ਅੰਦਰ ਬਾਣੀ ਨਾਲ ਜੁੜ ਕਰਕੇ ਮਨੁੱਖ ਆਪਣੇ 24,000 ਜਿਹੜੇ ਸਵਾਸ ਨੇ ਇੱਕ ਦਿਨ ਦੇ, ਉਹਨਾਂ ਨੂੰ ਸਫਲਿਆਂ ਕਰ ਲਵੇ। ਸਵੇਰ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਪਾਤਸ਼ਾਹ ਜੀ ਉੱਠੇ ਨੇ, ਸਰੀਰਕ ਕਿਰਿਆ ਨੂੰ ਸੋਧਿਆ ਤੇ ਰਾਮਸਰ ਸਾਹਿਬ ਪਾਵਨ ਸਥਾਨ ਤੇ ਪਹੁੰਚੇ, ਇਸ਼ਨਾਨ ਕੀਤਾ, ਸਮਾਧੀ ਵਿੱਚ ਸਥਿਤ ਹੋਏ ਨੇ, ਪਰਮੇਸ਼ਰ ਨਾਲ ਜੁੜੇ ਨੇ। ਭਾਈ ਗੁਰਦਾਸ ਜੀ ਵੀ ਆ ਗਏ, ਬਾਬਾ ਬੁੱਢਾ ਜੀ ਆਦਿ ਗੁਰਸਿੱਖ। ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ, ਉਹਨਾਂ ਨੇ ਵੀ ਬੇਨਤੀ ਕੀਤੀ ਕਿ ਕੋਈ ਐਸਾ ਕਾਰਜ ਕਰੋ ਜਾਂ ਕੋਈ ਐਸੀ ਬਾਣੀ ਆਪ ਜੀ ਉਚਾਰਨ ਕਰੋ ਜਿਸ ਬਾਣੀ ਦੇ ਨਾਲ ਕਲਯੁਗ ਦੇ ਜੀਵਾਂ ਦਾ ਉਧਾਰ ਹੋ ਜਾਵੇ ਥੋੜੇ ਸਮੇਂ ਵਿੱਚ। ਸਤਿਗੁਰੂ ਪਾਤਸ਼ਾਹ ਜੀ ਨੇ ਰਾਮਸਰ ਸਾਹਿਬ ਦੇ ਪਾਵਨ ਅਸਥਾਨ ਤੇ ਹੁਣ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ। ਜਿਸ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਨੇ ਤੇ ਇੱਕ ਦਿਨ ਵਿੱਚ ਅਸੀਂ 24,000 ਸਵਾਸ ਲੈਨੇ ਆ। ਜਿਹੜਾ ਮਨੁੱਖ ਹਰ ਰੋਜ਼ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਦਾ ਮਨ ਚਿੱਤ ਲਾ ਕੇ ਕਰਦਾ ਹੈ, ਉਹਦੇ 24,000 ਸਵਾਸ ਸਫਲੇ ਹੋ ਜਾਂਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਕਿੱਡਾ ਵੱਡਾ ਪਰਉਪਕਾਰ ਹੈ ਸਤਿਗੁਰੂ ਦਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਰ ਸ਼ਬਦ ਜੋ ਹੈ, ਜਿਤਨੀ ਵੀ ਬਾਣੀ ਹੈ, ਉਹ ਸਾਰੀ ਕਲਿਆਣਕਾਰੀ ਹੈ। ਸਾਰੀ ਬਾਣੀ ਨਾਮ ਰੂਪ ਹੈ, ਅੰਮ੍ਰਿਤ ਰੂਪ ਵਿਸਮਿਲਤ ਹੈ। ਪਰ ਕੁਝ ਐਸੀਆਂ ਬਾਣੀਆਂ ਨੇ ਜਿਹੜੀਆਂ ਸਿੱਖ ਜਗਤ ਅੰਦਰ ਵਿਸ਼ੇਸ਼ ਸਥਾਨ ਰੱਖਦੀਆਂ ਨੇ। ਜਿਵੇਂ ਜਪਜੀ ਸਾਹਿਬ ਦੀ ਬਾਣੀ ਹੈ, ਆਦਿ ਸ਼੍ਰੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਆਰੰਭ ਦੀ ਪਹਿਲੀ ਬਾਣੀ ਜਪ ਹੈ। ਜੀ ਸਤਿਕਾਰ ਵਜੋਂ ਅਸੀਂ ਸ਼ਬਦ ਲਾਉਂਦੇ ਹਾਂ, ਜਪ ਜੀ ਸਾਹਿਬ, ਜਿਹਦੇ ਵਿੱਚ ਬ੍ਰਹਮ ਦੇ ਵਿੱਚ ਲੀਨ ਹੋਣ ਲਈ, ਬ੍ਰਹਮ ਦੇ ਮਿਲਣ ਦਾ ਮਹਾਤਮ ਦਰਸਾਇਆ ਗਿਆ ਹੈ। ਉਸੇ ਤਰ੍ਹਾਂ
श्री सुखमनी साहिब जी की बाणी, ये बाणी में सिख के जीवन अंदर अपनी महानता रखती है, अपना महत्व रखती है। श्री सुखमनी साहिब जी की बाणी दे उत्ते देखो, हर शहर दे विच, हर मुहल्ले गली दे विच, हर पिंड दे विच सुसैटियां बनियां ते उन्हां दा नाम है श्री सुखमनी साहिब सेवा सुसैटी। श्री गुरु पातशाह जी दे समय तो हर सिख इस बाणी नूं नितनेम दे वजों इस बाणी दा पाठ करदा है। और इस बाणी दे विच, जिस बाणी विच खेम, कुशल, सहज, आनंद नूं दर्शाया गया है, जिहदे विच संत दी निंदा करन नाल जीवन दे अंदर जिहड़ा दुख पहुंचदा है उहदे बाबत भी दर्शाया गया। ब्रह्म ज्ञानी दी महिमा नूं दर्शाया गया है। श्री सुखमनी साहिब जी का पाठ जे सिख मन चित ला के करे ते सुखमनी साहिब का जिहड़ा पाठ का फल है वो श्री सुखमनी साहिब जी की बाणी दे विच ही दस्सिया गया है। जदों असीं 24वीं अष्टपदी पढ़ते हाँ ते 24वीं अष्टपदी दे विच 21 फल दसे गए ने। सुखमनी साहिब का पाठ करन दे नाल 21 फल प्राप्त होंदे ने। सुखमनी साहिब का पाठ करन नाल जिस फलां की प्राप्ति होंदी है वो इस बाणी विच ही दस दिता है साहिब जी ने 24वीं अष्टपदी च। सो ये भी सिख जगत अंदर श्री सुखमनी साहिब जी की बाणी अपना विशेष स्थान रखती है। गुरु के सिख इस बाणी नूं नेम नाल हर रोज पढ़ते ने ते जिस घर विच बाणी पढ़ी जाती है उस घर दे विच सदा ही बरकतां बणियां रहिंदियां ने। बाणी कोई भी शब्द पढ़ लईए पर यह सरल ते सुखैन है, जिसकी सोझी सहजे ही प्राप्त हो जाती है ते जिस नूं पढ़न दे नाल, हाँ पढ़ना है, ये जरूर ध्यान रखना है। ये नहीं कि मैं तो जी 15-20 मिनट ही लगते ने, मैं तो सुखमनी साहिब का पाठ कर लेना, नहीं पढ़ पढ़ गड्डी लदिया वाली गल नहीं करनी। बाणी नूं पढ़ना विचार के है। जदों असीं विचार के आनंद नाल रस लैके बाणी पढ़ांगे तो फिर जीवन अंदर सदा ही आनंद बनिया रहेगा। सो साहिब जी ने श्री सुखमनी साहिब जी की बाणी जिहड़ी है वो रची है, अपनी रसना तो उचारण कीती है ते वो श्री गुरु ग्रंथ साहिब पातशाह जी दे विच बाणी दर्ज करवाई। गौड़ी रागनी दे अंदर 262 अंग तो ये बाणी आरंभ होती है। ते सतगुरु पातशाह जी दे हजूर गुरबाणी का कीर्तन करने वाले भाई बलवंड जी, भाई सत्ता जी, गुरु के रबाबी, दोवें डूम सन। ते भाई सत्ता तो पहले ही धन गुरु अर्जन देव पातशाह जी कोल कीर्तन करया करदा सी। घर विच गरीबी बहुत सी, पैसा वेखण नूं सी मिलदा, गुजारा बहुत औखा करना सी। भाई सत्ता तां धन गुरु अर्जन देव पातशाह जी की शरण में आ गया ते कीर्ति करके इहदे घर का गुजारा बहुत सोहना चलन लग पिया। दोनों वक्त का प्रशादा मिलन लग पिया। ते बलवंड जिहड़ा सी वो देश विदेश विच तुरिया फिरदा सी धन दी खातर, पर कितों धन मिलिया नहीं। ते हार थक के सतगुरु गुरु अर्जन देव पातशाह जी की महिमा सुनी है। इतिहासकार लिखते ने कि ये भाई सत्ता ते भाई बलवंड दोवें मासी दे पुत्र सन, मसेर भरा सन। इन्हें गुरु अर्जन देव पातशाह जी की शरण में आउणा कीता ते आके अपना सतगुरु गुरु अर्जन देव पातशाह जी की उस्तत दे विच एक कवित उचारिया।
ਇੱਕ ਕਵਿਤਾ ਉਚਾਰਨ ਕੀਤੀ, ਸਤਿਗੁਰੂ ਜੀ ਦਾ ਮਹਾਨ ਸੁਜਸ ਕੀਤਾ ਤੇ ਨਾਲੇ ਆਪਣਾ ਜਿਹੜਾ ਦੁੱਖ ਸੀ ਉਹ ਵੀ ਦੱਸਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਤੇ ਜਦੋਂ ਇਹਨੇ ਸਤਿਗੁਰੂ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ ਇਹ ਕਵਿਤਾ ਲਿਖੀ ਤੇ ਉਸ ਵਕਤ ਗੁਰੂ ਘਰ ਦੇ ਵਿੱਚੋਂ ਰਾਏ ਦੀ ਉਪਾਧੀ ਦੇ ਕੇ ਨਵਾਜਿਆ ਗਿਆ, ਬਲਵੰਡ ਰਾਏ। ਗੁਰੂ ਘਰ ਵਿੱਚੋਂ ਕੀ ਸਨਮਾਨ ਮਿਲਿਆ। ਹੁਣ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਨੇ ਤੇ ਹੁਣ ਘਰ ਵਿੱਚ ਪੁੱਤਰੀ ਦਾ ਵਿਆਹ ਰੱਖ ਲਿਆ ਤੇ ਮਨ ਵਿੱਚ ਇਹ ਖਿਆਲ ਸੀ ਗੁਰੂ ਘਰ ਵਿੱਚੋਂ ਬਹੁਤਾ ਧਨ ਪ੍ਰਾਪਤ ਕਰਕੇ ਚੰਗਾ ਵਿਆਹ ਕਰਾਂਗੇ, ਬਹੁਤ ਧਨ ਖਰਚ ਕਰਾਂਗੇ। ਅੱਜ ਵੀ ਉਹੀ ਚੱਲ ਰਿਹਾ ਸੰਸਾਰ ਅੰਦਰ। ਸਾਡੀ ਨੱਕ ਨਹੀਂ ਰਹਿੰਦੀ ਜੇ ਬਹੁਤਾ ਧਨ ਖਰਚ ਨਾ ਕਰੀਏ। ਵੱਡੇ ਵੱਡੇ ਅਡੰਬਰ ਰਚਦੇ ਆ, ਫਿਰ ਬਾਅਦ ਵਿੱਚ ਔਖੇ ਹੁੰਨੇ ਆ। ਵੇਖਦੇ ਆ ਹਾਲਾਤ ਕੈਸੇ ਸੰਸਾਰ ਦੇ ਬਣੇ ਹੋਏ ਨੇ। ਸੋ ਮਨ ਅੰਦਰ ਖਿਆਲ ਸੀ ਕਿ ਗੁਰੂ ਘਰ ਵਿੱਚੋਂ ਧਨ ਬਹੁਤਾ ਮਿਲੇਗਾ, ਬਹੁਤ ਧਨ ਖਰਚ ਕਰਕੇ ਵਧੀਆ ਵਿਆਹ ਕਰਾਂਗੇ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਪੁੱਤਰੀ ਦੀ ਸ਼ਾਦੀ ਹੈ ਤੇ ਸਾਨੂੰ ਧਨ ਚਾਹੀਦਾ ਹੈ। ਇੱਕ ਦਿਨ ਦੀ ਜਿੰਨੀ ਵੀ ਭੇਟਾ ਆ ਜਾਵੇ ਉਹ ਸਾਰੀ ਭੇਟਾ ਸਾਨੂੰ ਦੇ ਦੇਵੋ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਠੀਕ ਹੈ ਭਾਈ, ਇੱਕ ਦਿਨ ਦੀ ਭੇਟਾ ਤੁਸੀਂ ਲੈ ਲੈਣੀ। ਹੁਣ ਆਏ, ਕੀਰਤਨ ਕੀਤਾ ਤੇ ਐਸੇ ਉਸ ਦਿਨ ਸਮਾਂ ਬਣ ਆਇਆ ਕਿ ਉਸ ਦਿਨ ਜਿਹੜੀ ਭੇਟਾ ਸੀ ਉਹ ਬਹੁਤ ਘੱਟ ਚੜੀ, ਗਿਣਤੀ ਵਿੱਚ 100 ਰੁਪਏ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਤੁਸੀਂ ਇੱਕ ਦਿਨ ਦੀ ਭੇਟਾ ਮੰਗੀ ਸੀ, ਐ ਲੈ ਲਵੋ, ਤੇ ਹੁਣ 100 ਰੁਪਏ ਵੇਖ ਕੇ ਬੜੇ ਗੁੱਸੇ ਵਿੱਚ ਆਏ, ਬੜੇ ਨਾਰਾਜ਼ ਹੋਏ। ਹੁਣ ਸਤਿਗੁਰੂ ਜੀ ਬੜੇ ਪਿਆਰ ਅਦਬ ਸਤਿਕਾਰ ਨਾਲ ਧਨ ਦੇ ਰਹੇ ਨੇ, ਲੈਣ ਤੋਂ ਇਨਕਾਰ ਕਰ ਰਹੇ ਨੇ। ਆਓ ਇੱਥੋਂ ਅਗਲੇਰੇ ਪਰ ਕਰਨ ਨਾਲ ਜੁੜਨ ਵਾਸਤੇ, ਮਨ ਬਿਰਤੀਆਂ ਨੂੰ ਇਕਾਗਰ ਕਰਨ ਵਾਸਤੇ, ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਈ ਸੁਨਤ ਸਤ ਗੁਰੂ ਧੀਰਜ ਦੀਨ। ਤੇ ਜਦੋਂ ਸਤਿਗੁਰੂ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਤਨੀ ਉਹ ਇੱਕ ਦਿਨ ਦੀ ਮਾਇਆ ਆਈ, ਭੇਟਾ ਚੜੀ, ਤੇ ਉਹ ਜਦੋਂ ਭਾਈ ਬਲਵੰਡ ਰਾਏ ਤੇ ਭਾਈ ਸੱਤੇ ਨੂੰ ਦੇਣ ਲੱਗੇ ਤੇ ਕਹਿਣ ਲੱਗੇ, ਜੀ ਇਹ 100 ਰੁਪਇਆ ਦੇ ਕੇ ਸਾਡੇ ਨਾਲ ਮਸ਼ਕਰੀ ਕਰਦੇ ਹੋ, ਮਜ਼ਾਕ ਕਰਦੇ ਹੋ। 100 ਰੁਪਏ ਨਾਲ ਕਿਤੇ ਵਿਆਹ ਹੋ ਜਾਣਾ ਹੈ, ਜਿਹਦੇ ਤੇ 1000 ਰੁਪਇਆ ਲੱਗਣਾ ਹੈ ਤੇ ਤੁਸੀਂ 100 ਰੁਪਇਆ ਦੇ ਰਹੇ ਹੋ। ਇਹ ਤਾਂ ਸਾਡੇ ਨਾਲ ਮਜ਼ਾਕ ਕਰਨ ਵਾਲੀ ਗੱਲ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਸੁਣਿਆ ਤੇ ਸੁਣ ਕੇ ਸਮਝਾਉਣ ਲੱਗੇ, ਕਹਿਣ ਲੱਗੇ, ਪੂਰੇ ਸ਼੍ਰੀ ਨਾਨਕ ਇਛ ਕੀਨ। ਕਹਿਣ ਲੱਗੇ, ਭਾਈ ਬਲਵੰਡ ਰਾਏ ਜੀ, ਭਾਈ ਸੱਤਾ ਜੀ, ਤੁਸੀਂ ਧੀਰਜ ਧਾਰਨ ਕਰੋ। ਇਹ ਗੁਰੂ ਨਾਨਕ ਦਾ ਘਰ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ ਰੱਖੋ, ਧੀਰਜ ਰੱਖੋ ਮਨ ਅੰਦਰ। ਤੁਹਾਡੇ ਮਨ ਦੀ ਇੱਛਾ ਗੁਰੂ ਨਾਨਕ ਦੇ ਘਰ ਵਿੱਚੋਂ ਜ਼ਰੂਰ ਪੂਰੀ ਹੋਵੇਗੀ। ਲਿਓ ਧਨ ਇਤੋ ਨਿਭਾਓ ਕਾਰ। ਤੇ ਆ ਜਿਹੜਾ ਧਨ ਹੈ, ਹੁਣ ਤੁਸੀਂ ਆਪ ਹੀ ਇੱਕ ਦਿਨ ਦੀ ਭੇਟਾ ਮੰਗੀ ਸੀ, ਹੁਣ ਜਿਤਨੀ ਭੇਟਾ ਆਈ ਹੈ ਉਹ ਅਸੀਂ ਤੁਹਾਨੂੰ ਦੇ ਰਹੇ ਹਾਂ। ਤੇ ਜਿਤਨਾ ਧਨ ਆਇਆ ਹੈ ਇਹ ਲੈ ਕੇ ਤੁਸੀਂ ਆਪਣਾ ਕਾਰਜ ਕਰੋ। ਕਰਤ ਕੀਰਤਨ ਲਓ ਉਧਾਰ। ਤੇ ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਰਹੋ। ਜਦੋਂ ਇਸ ਤਰ੍ਹਾਂ ਰੱਬੀ ਬਾਣੀ ਦਾ ਕੀਰਤਨ ਕਰੋਗੇ
ਤੇ ਫਿਰ ਹੋਰ ਵੀ ਬਹੁਤਾ ਧਨ ਆਪ ਨੂੰ ਗੁਰੂ ਦੇ ਘਰ ਵਿੱਚੋਂ ਪ੍ਰਾਪਤ ਹੋਵੇਗਾ। ਸਤਿਗੁਰ ਕਰਤੇ ਨਿਤ ਤੁਮ ਲੈਣਾ। ਤੇ ਭਾਈ ਬਲਵੰਡ ਰਾਏ ਜੀ, ਭਾਈ ਸੱਤਾ ਜੀ, ਕੋਈ ਇੱਕ ਦਿਨ ਦੀ ਗੱਲ ਤਾਂ ਹੈ ਨਹੀਂ ਕਿ ਅੱਜ ਹੀ ਧਨ ਮਿਲਣਾ ਹੈ, ਮੁੜ ਕੇ ਤੁਹਾਨੂੰ ਗੁਰੂ ਘਰ ਵਿੱਚੋਂ ਧਨ ਹੀ ਨਹੀਂ ਮਿਲਣਾ। ਸਦਾ ਹੀ ਤੁਸੀਂ ਗੁਰੂ ਘਰ ਵਿੱਚੋਂ ਲੈਣਾ ਹੈ, ਲੈਂਦੇ ਰਹਿਣਾ ਹੈ। ਸਦਾ ਹੀ ਤੁਸੀਂ ਗੁਰੂ ਘਰ ਦੇ ਵਿੱਚੋਂ ਆਪ ਜੀ ਨੇ ਧਨ ਪ੍ਰਾਪਤ ਕਰਨਾ ਹੈ। ਇੱਕ ਬਾਰ ਨੇ ਕੀਨਸ ਦੇਣਾ। ਇਹ ਤਾਂ ਹੈ ਨਹੀਂ ਵੀ ਇੱਕੋ ਵਾਰੀ ਧਨ ਤੁਹਾਨੂੰ ਦੇ ਦੇਣਾ ਹੈ ਤੇ ਮਨ ਅੰਦਰ ਕੋਈ ਐਸਾ ਖਿਆਲ ਹੋਵੇ ਕਿ ਸ਼ਾਇਦ ਦੁਬਾਰਾ ਧਨ ਹੀ ਨਹੀਂ ਮਿਲਣਾ। ਐਸਾ ਖਿਆਲ ਮਨ ਵਿੱਚ ਨਾ ਰੱਖੋ। ਸਦਾ ਤੁਮਾਰੀ ਸਾਂਝ ਹਮਾਰੇ। ਇਹ ਭਾਈ ਬਲਵੰਡ ਰਾਏ, ਤੁਹਾਡੀ ਤੇ ਸਾਡੀ ਸਾਂਝ ਸਦਾ ਦੀ ਹੈ। ਇਹ ਥੋੜ ਚਿਰੀ ਸਾਂਝ ਨਹੀਂ, ਇਹ ਬਹੁਤ ਲੰਬੀ ਸਦਾ ਦੀ ਸਾਂਝ ਹੈ। ਨੈ ਫੇਰੋ ਲੀਜੋ ਏ ਪਿਆਰੇ। ਇਸ ਕਰਕੇ ਇਹ ਮਾਇਆ ਤੁਸੀਂ ਮੋੜੋ ਨਾ, ਵਾਪਸ ਨਾ ਕਰੋ। ਇਹ ਜਿਹੜੀ ਮਾਇਆ ਆਈ ਹੈ ਤੁਸੀਂ ਪਿਆਰ ਦੇ ਨਾਲ ਲੈ ਲਵੋ। ਬਹੁਤ ਨਮਰਤਾ ਕਰ ਗੁਰ ਕਹਿਓ। ਤੇ ਦੇਖੋ ਕਿੰਨੀ ਨਿਮਰਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਨ ਅੰਦਰ, ਕਿੰਨਾ ਰਬਾਬੀਆਂ ਦਾ ਸਤਿਕਾਰ ਕਰਦੇ ਨੇ। ਸਤਿਕਾਰ ਹੈ ਕਿ ਇਹ ਆਧਾਰਿਤ ਰਾਗਾਂ ਦੇ ਵਿੱਚ ਗੁਰਬਾਣੀ ਦਾ ਗਾਇਨ ਕਰਦੇ ਨੇ। ਗੁਰਬਾਣੀ ਕਰਕੇ ਸਤਿਕਾਰ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਨਿਮਰਤਾ ਧਾਰਨ ਕਰਕੇ ਇਹਨਾਂ ਨੂੰ ਕਿਹਾ, ਤਬ ਸਭ ਦਰਬ ਹਾਥ ਨਿਜ ਗਹਿਓ। ਤੇ ਜਦੋਂ ਬੜੀ ਨਿਮਰਤਾ ਨਾਲ, ਬੜੇ ਪ੍ਰੇਮ ਨਾਲ, ਪਿਆਰ ਵਿੱਚ ਆ ਕਰਕੇ ਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਕਹੇ, ਫਿਰ ਇਹਨਾਂ ਨੇ ਉਹ ਜਿਹੜਾ ਧਨ ਸੀ ਲੈਣਾ ਕੀਤਾ। ਲੈ ਗਮਨੇ ਮਤ ਮੰਦ ਨਿਕੇਤ। ਮਾੜੀ ਮਤ ਵਾਲੇ, ਹੁਣ ਇਹਨਾਂ ਦੇ ਮਨ ਅੰਦਰ ਹੰਕਾਰ ਆ ਗਿਆ ਕਿ ਸ਼ਾਇਦ ਸਾਡੇ ਕੋਲ ਜਿਹੜੀ ਰਾਗ ਦੀ ਕਲਾ ਹੈ ਉਹਦੇ ਕਰਕੇ ਸਾਡਾ ਮਾਨ ਸਨਮਾਨ ਹੁੰਦਾ ਹੈ। ਨਹੀਂ, ਮਾਨ ਸਨਮਾਨ ਗੁਰੂ ਦੇ ਸ਼ਬਦ ਕਰਕੇ ਹੈ, ਗੁਰਬਾਣੀ ਦਾ ਗਾਇਨ ਕਰਨ ਕਰਕੇ ਹੈ। ਪਹਿਲਾਂ ਵੀ ਇਹ ਸੰਸਾਰ ਵਿੱਚ ਵਿਚਰਦੇ ਸਨ ਬਲਵੰਡ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਆਇਆ ਸੀ, ਉਦੋਂ ਇਹਦੀ ਕਲਾ ਦਾ ਕੋਈ ਮੁੱਲ ਨਹੀਂ ਪਿਆ, ਕਿਸੇ ਨੇ 1 ਰੁਪਈਆ ਨਹੀਂ ਦਿੱਤਾ। ਘਰ ਦੇ ਹਾਲਾਤ ਐਸੇ ਬਣੇ ਰਹੇ। ਗੁਰੂ ਨਾਨਕ ਦੇ ਘਰ ਵਿੱਚ ਆਏ, ਗੁਰਬਾਣੀ ਦਾ ਕੀਰਤਨ ਜਦੋਂ ਇਹਨਾਂ ਨੇ ਪ੍ਰੇਮ ਵਿੱਚ ਭਿੱਜ ਕੇ ਗਾਇਆ, ਰਾਗਾਂ ਵਿੱਚ ਬਾਣੀ ਗਾਇਨ ਕੀਤੀ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਗਈਆਂ। ਹੁਣ ਘਰ ਵਿੱਚ ਭੋਜਨ ਪ੍ਰਸ਼ਾਦ ਜਿਹੜਾ ਸੀ ਉਹ ਮਿਲਣ ਲੱਗਾ, ਗੁਜ਼ਾਰਾ ਜਿਹੜਾ ਸੀ ਉਹ ਵਧੀਆ ਚੱਲਣ ਲੱਗਾ। ਹੁਣ ਇਹ ਮਾੜੀ ਮੱਤ ਵਾਲਿਆਂ ਨੇ ਇਹ ਧਨ ਲੈ ਕੇ ਇੱਥੋਂ ਜਾਣਾ ਕੀਤਾ। ਬੋਲਤ ਪੇ ਗੁਰ ਨਿੰਦ ਸਮੇਤ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਾਬਤ ਆਪ ਸ਼ਬਦ ਬੋਲਦੇ ਹੋਏ, ਨਿੰਦਾ ਕਰਦੇ ਹੋਏ ਘਰ ਨੂੰ ਜਾ ਰਹੇ ਹਨ। ਨਹੀਂ ਆਜ ਤੇ ਨਿਕਟ ਪਧਾਰੇ। ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਕਦੀ ਵੀ ਗੁਰੂ ਕੋਲ ਚੱਲ ਕੇ ਨਹੀਂ ਆਵਾਂਗੇ। ਨਹੀਂ ਕੀਰਤਨ ਕਬੂ ਉਚਾਰੇ। ਤੇ ਨਾ ਹੀ ਕਦੀ ਆ ਕੇ ਗੁਰੂ ਦਰਬਾਰ ਦੇ ਵਿੱਚ ਕੀਰਤਨ ਕਰਾਂਗੇ। ਅੱਜ ਤੋਂ ਬਾਅਦ ਅਸੀਂ ਕਦੀ ਵੀ ਗੁਰੂ ਕੋਲ ਆ ਕੇ ਬਾਣੀ ਦਾ ਕੀਰਤਨ ਨਹੀਂ ਕਰਾਂਗੇ। ਹਮਰੋ ਕਾਰਜ ਸਰਿਓ ਨ ਕੋਈ। ਸਾਡਾ ਕੋਈ ਕਾਰਜ ਨਹੀਂ ਸਵਰਿਆ। ਉਹ ਸਮਾਂ ਭੁੱਲ ਗਏ ਜਦੋਂ ਛਕਣ ਵਾਸਤੇ ਪ੍ਰਸ਼ਾਦਾ ਵੀ ਨਹੀਂ ਸੀ ਮਿਲਦਾ, ਦਰ ਦਰ ਤੇ ਧੱਕੇ ਖਾ ਰਹੇ ਸਨ। ਉਹ ਅੱਜ ਸਮਾਂ ਭੁੱਲ ਗਿਆ। ਇਹ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਮਾੜਾ ਸਮਾਂ ਹੋਵੇ ਉਦੋਂ ਇਨਸਾਨ ਰੱਬ ਨੂੰ ਯਾਦ ਕਰਦਾ ਹੈ। ਜਦੋਂ ਜੀਵਨ 'ਚ ਚੰਗਾ ਸਮਾਂ ਆ ਜਾਵੇ, ਧਨ ਆ ਜਾਵੇ, ਤੇ ਫਿਰ ਇਨਸਾਨ ਰੱਬ ਨੂੰ ਭੁੱਲ ਜਾਂਦਾ ਹੈ। ਤੇ ਕਹਿਣ ਲੱਗੇ ਗੁਰੂ ਕੋਲ ਆਉਣ ਦੇ ਨਾਲ ਸਾਡਾ ਕਿਹੜਾ ਕੋਈ ਕਾਰਜ ਸਵਰਿਆ ਹੈ। ਗੁਰ ਸਮੀਪ ਰਹਿ ਕਿਆ ਪੁੰਨ ਹੋਈ। ਸਤਿਗੁਰੂ ਜੀ ਦੇ ਕੋਲ ਰਹਿਣ ਦਾ ਕਿਹੜਾ ਪੁੰਨ ਸਾਨੂੰ ਪ੍ਰਾਪਤ ਹੋਇਆ ਹੈ। ਇਮ ਕੈ ਕਰ ਦ્વੈ ਰਹੇ ਆਵਾਸ। ਇਸ ਤਰ੍ਹਾਂ ਦੇ ਨਾਲ ਆਪ ਸ਼ਬਦ ਕਹਿੰਦੇ ਆ, ਸਤਿਗੁਰੂ ਪਾਤਸ਼ਾਹ ਜੀ ਦੀ ਨਿੰਦਿਆ ਕਰਦੇ ਆ, ਇਹ ਆਪਣੇ ਘਰ ਦੇ ਵਿੱਚ ਟਿਕੇ ਰਹੇ।
ਨੈ ਗਮਨੇ ਸ਼੍ਰੀ ਸਤਿਗੁਰ ਪਾਸ। ਤੇ ਹੁਣ ਦੋਵੇਂ ਆਪਣੇ ਘਰ ਦੇ ਵਿੱਚ ਨੇ। ਜਦੋਂ ਦੂਸਰਾ ਦਿਨ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਕੀਰਤਨ ਕਰਨ ਵਾਸਤੇ ਇਹ ਦੋਵੇਂ ਨਹੀਂ ਗਏ। ਦਿਵਸ ਆਗਲੇ ਜਬ ਹੀ ਜਾਣੇ। ਤੇ ਜਦੋਂ ਸਵੇਰੇ ਕਿਉਂਕਿ ਅੰਮ੍ਰਿਤ ਵੇਲੇ ਪਹੁੰਚਦੇ ਸਨ ਆਸਾ ਕੀ ਵਾਰ ਦਾ ਕੀਰਤਨ ਕਰਨਾ, ਤੇ ਹੁਣ ਜਦੋਂ ਸਵੇਰ ਅੰਮ੍ਰਿਤ ਵੇਲਾ ਹੋਇਆ ਦੂਸਰਾ ਦਿਨ, ਜਦੋਂ ਇਹ ਦੋਵੇਂ ਜਣੇ ਕੀਰਤਨ ਕਰਨ ਵਾਸਤੇ ਨਹੀਂ ਗਏ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਹ ਬਾਬਤ ਜਾਣਿਆ ਸਿੱਖਨ ਸੋ ਤਬ ਬਾਕ ਬਖਾਨੇ। ਤੇ ਉਸੇ ਵਕਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਕਿਹਾ, ਨਹੀਂ ਰਬਾਬੀ ਚੱਲ ਕਰ ਆਏ। ਪੁੱਛਿਆ ਗੁਰਸਿੱਖਾਂ ਨੂੰ ਕਿ ਭਾਈ ਅੱਜ ਰਬਾਬੀ ਚੱਲ ਕੇ ਨਹੀਂ ਆਏ, ਪਹੁੰਚੇ ਨਹੀਂ ਰਬਾਬੀ, ਆਸਾ ਕੀ ਵਾਰ ਦਾ ਕੀਰਤਨ ਨਹੀਂ ਹੋਇਆ। ਗੁਰਸਿੱਖਾਂ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਜੀ ਪੁੱਛ ਰਹੇ ਨੇ, ਜਾਓ ਸਦਨ ਤੇ ਲਿਆਓ ਬੁਲਾਏ। ਕਹਿਣ ਲੱਗੇ ਜਾਓ ਉਹਨਾਂ ਰਬਾਬੀਆਂ ਨੂੰ, ਭਾਈ ਬਲਵੰਡ ਰਾਏ ਨੂੰ, ਭਾਈ ਸੱਤਾ ਜੀ ਨੂੰ ਜਾ ਕੇ ਘਰੋਂ ਜਾ ਕੇ ਬੁਲਾ ਕੇ ਲਿਆਉਣਾ ਕਰੋ। ਗੁਰ ਆਗਿਆ ਸੁਨ ਸਿੱਖ ਸਿਧਾਰੇ। ਸਤਿਗੁਰੂ ਜੀ ਦੀ ਆਗਿਆ ਪਾ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਨੇ ਜਦੋਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਸੁਨਿਆ, ਉਸੇ ਵਕਤ ਭਾਈ ਬਲਵੰਡ ਰਾਏ ਭਾਈ ਸੱਤਾ ਜੀ ਦੇ ਘਰ ਵੱਲ ਨੂੰ ਚੱਲ ਪਿਆ। ਜਾਏ ਕਰੋ ਤਿੰਨ ਸਾਥ ਉਚਾਰੇ। ਤੇ ਹੁਣ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਉਹ ਸਿੱਖ ਨੇ ਕਹਿਣਾ ਕੀਤਾ, ਕਹਿਣ ਲੱਗਾ, ਉਠੋ ਚਲੋ ਵੱਡ ਭਾਗ ਤੁਮਾਰਾ। ਕਹਿਣ ਲੱਗਾ ਭਾਈ ਬਲਵੰਡ ਰਾਏ ਭਾਈ ਸੱਤਾ ਜੀ ਉਠੋ, ਤੁਸੀਂ ਮੇਰੇ ਨਾਲ ਚੱਲੋ, ਤੁਹਾਡੇ ਵੱਡੇ ਭਾਗ ਨੇ, ਤੁਹਾਡੇ ਵੱਡੇ ਭਾਗ ਹਨ, ਗੁਰੂ ਨੇ ਯਾਦ ਕੀਤਾ, ਮੈਂ ਲੈਣ ਵਾਸਤੇ ਆਇਆ ਹਾਂ। ਸਤਿਗੁਰ ਸਿਮਰਤ ਤੁਮੋ ਹਕਾਰਾ। ਤੇ ਸਤਿਗੁਰੂ ਜੀ ਨੇ ਤੁਹਾਨੂੰ ਯਾਦ ਕਰਦਿਆਂ ਹੋਇਆਂ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ। ਪਰਮ ਪ੍ਰਸੰਨ ਵਿਰਾਜਤ ਜਿਹਵਾ। ਸਤਿਗੁਰੂ ਪਾਤਸ਼ਾਹ ਜੀ ਅੱਜ ਬਹੁਤ ਪ੍ਰਸੰਨ ਤੇ ਖੁਸ਼ ਹਨ, ਬੜੀ ਪ੍ਰਸੰਨਤਾ ਦੇ ਸਹਿਤ ਅੱਜ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨ ਤੇ ਬਿਰਾਜਮਾਨ ਹਨ। ਤੂਰਨ ਲਿਓ ਦਰਸ਼ਨ ਅਬ ਤਹਿਵਾ। ਤੇ ਹੁਣ ਛੇਤੀ ਕਰੋ, ਛੇਤੀ ਨਾਲ ਮੇਰੇ ਨਾਲ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰੋ। ਸੁਨ ਸੱਤੇ ਬਲਵੰਡੇ ਕਹਿਓ। ਤੇ ਜਦੋਂ ਇਹ ਸਿੱਖ ਨੇ ਇਸ ਪ੍ਰਕਾਰ ਦੇ ਨਾਲ ਕਿਹਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਤੁਹਾਨੂੰ ਯਾਦ ਕੀਤਾ ਹੈ, ਸਤਿਗੁਰੂ ਜੀ ਤੁਹਾਨੂੰ ਬੁਲਾ ਰਹੇ ਨੇ, ਚਲੋ ਮੇਰੇ ਨਾਲ। ਤੇ ਇਹ ਸਿੱਖ ਦੇ ਬੋਲ ਕਹੇ ਹੋਏ ਸੁਣ ਕੇ ਕਹਿਣ ਲੱਗੇ ਭਾਈ ਬਲਵੰਡ ਤੇ ਸੱਤਾ, ਗੁਰ ਟਿਕ ਜਾਏ ਕਾਮ ਲਹਿਓ। ਕਹਿਣ ਲੱਗੇ ਅਸੀਂ ਗੁਰੂ ਦੇ ਕੋਲ ਜਾ ਕੇ ਕੀ ਲੈਣਾ ਹੈ। ਜਦੋਂ ਕਿਤੇ ਮਸਤਕ ਦੇ ਭਾਗ ਮਾੜੇ ਹੋਣ ਨਾ, ਕੋਈ ਐਸਾ ਕਰਮ ਅੱਗੇ ਆ ਜਾਵੇ, ਮਾਇਆ ਦਾ ਪਰਦਾ ਜਦੋਂ ਇਨਸਾਨ ਦੀ ਮੱਤ ਤੇ ਪੈ ਜਾਵੇ, ਫਿਰ ਉਹ ਗੁਰੂ ਵੱਲੋਂ ਮੁਨੱਕਰ ਹੋ ਜਾਂਦਾ ਹੈ। ਕਹਿਣ ਲੱਗੇ ਅਸੀਂ ਕੀ ਕਰਨਾ ਹੈ, ਕੀ ਲੈਣਾ ਗੁਰੂ ਕੋਲ ਜਾ ਕਰਕੇ। ਜਬ ਹਮ ਕੀਰਤਨ ਕਰੇ ਬਨਾਏ। ਅਸੀਂ ਜਦੋਂ ਗੁਰੂ ਦਰਬਾਰ ਵਿੱਚ ਜਾਂਦੇ ਹਾਂ, ਉਦੋਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਰਾਗਾਂ ਦੇ ਵਿੱਚ ਬਾਣੀ ਦਾ ਕੀਰਤਨ ਬਣਾ ਕਰਕੇ ਅਸੀਂ ਗਾਉਂਦੇ ਹਾਂ। ਆਏ ਦੀਵਾਨ ਸਰਬ ਲੱਗ ਜਾਏ। ਤੇ ਜਦੋਂ ਬਾਣੀ ਦਾ ਕੀਰਤਨ ਹੁੰਦਾ ਹੈ, ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਨੇ, ਬਹੁਤ ਭਾਰੀ ਜਿਹੜਾ ਦੀਵਾਨ ਹੈ ਉਹ ਸਜ ਜਾਂਦਾ ਹੈ। ਸ਼੍ਰੀ ਅਰਜਨ ਵਿੱਚ ਬੈਠੇ ਆਈ। ਤੇ ਜਦੋਂ ਦੀਵਾਨ ਸਜਦਾ ਹੈ, ਸਤਿਗੁਰੂ ਪਾਤਸ਼ਾਹ ਜੀ ਫਿਰ ਸਜੇ ਹੋਏ ਦੀਵਾਨ ਦੇ ਵਿੱਚ ਆ ਕੇ ਸ਼ਸ਼ੋਭਤ ਹੁੰਦੇ ਨੇ। ਅੱਜ ਵੀ ਉਹ ਪੁਰਾਤਨ ਮਰਿਆਦਾ ਹੈ। ਆਪਾਂ ਦੇਖਦੇ ਹਾਂ ਆਪ ਸੰਗਤਾਂ ਇਸ ਸਥਾਨ ਤੇ ਪਹੁੰਚਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ, ਕਿ ਪਹਿਲਾਂ ਕੀਰਤਨ ਦੀ ਆਰੰਭਤਾ ਹੁੰਦੀ ਹੈ, ਸਤਿਗੁਰੂ ਦੇ ਦੀਵਾਨ ਸਜਦੇ ਨੇ, ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਸਨਾਂ ਤੇ ਆ ਕੇ ਸ਼ਸ਼ੋਭਤ ਹੁੰਦੇ ਨੇ, ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਦੇ ਨੇ। ਸੋ ਕਹਿਣ ਲੱਗੇ ਕਿ ਅਸੀਂ ਕੀਰਤਨ ਕਰਦੇ ਹਾਂ, ਦੀਵਾਨ ਸਜ ਜਾਂਦਾ ਹੈ, ਸੰਗਤਾਂ ਆ ਜਾਂਦੀਆਂ ਨੇ,
ਫਿਰ ਬਾਅਦ ਵਿੱਚ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਆਸਨ ਤੇ ਸੁਸ਼ੋਭਿਤ ਹੁੰਦੇ ਹਨ। ਗੁਰੂ ਗੁਰੂ ਕੇ ਸਭ ਲਦ ਪਾਈ। ਤੇ ਜਦੋਂ ਸਤਿਗੁਰੂ ਜੀ ਦੀਵਾਨ ਵਿੱਚ ਆਉਂਦੇ ਨੇ ਤੇ ਸਾਰੀਆਂ ਸੰਗਤਾਂ ਮਿਲ ਕਰਕੇ ਧੰਨ ਗੁਰੂ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਕਰਕੇ ਪੁਕਾਰਦੀਆਂ ਹਨ। ਅਨਕ ਉਪਾਇਨ ਆਨ ਚੜਾਵੇ। ਤੇ ਫਿਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਲਿਆ ਕੇ ਗੁਰੂ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਹਨ। ਹੀਰ ਹੀਰ ਕਰ ਸੋ ਜਸ ਅਲਾਵੇ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਦੇਖ ਦੇਖ ਕੇ, ਸਤਿਗੁਰੂ ਜੀ ਦੇ ਦੀਦਾਰ ਕਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸੁਜਸ ਸਿੱਖ ਸੰਗਤਾਂ ਕਰਦੀਆਂ ਹਨ। ਗੁਰਤਾ ਗਾਦੀ ਕੇ ਹਮ ਮੂਲ। ਕਹਿਣ ਲੱਗੇ ਕਿ ਗੁਰਤਾ ਗੱਦੀ ਦੇ ਅਸੀਂ ਮੂਲ ਹਾਂ, ਇਹ ਗੁਰਤਾ ਗੱਦੀ ਸਾਡੇ ਕਰਕੇ ਹੈ। ਐਸਾ ਮਤ ਤੇ ਪੜਦਾ ਪਿਆ। ਕਹਿਣ ਲੱਗੇ ਜਿਸ ਗੱਦੀ ਤੇ ਸਤਿਗੁਰੂ ਪਾਤਸ਼ਾਹ ਜੀ ਸ਼ੋਭਤ ਹੁੰਦੇ ਨੇ, ਉਹ ਗੁਰਤਾ ਗੱਦੀ ਦੇ ਮੂਲ ਅਸੀਂ ਆ, ਉਹ ਸਾਡੇ ਕਰਕੇ ਹੈ। ਨੈ ਜਪ ਜਾਏ ਹੋਏ ਪ੍ਰਤੀਕੂਲ। ਤੇ ਹੁਣ ਜਦੋਂ ਅਸੀਂ ਚੱਲ ਕੇ ਨਹੀਂ ਜਾਵਾਂਗੇ ਨਾ, ਸਤਿਗੁਰੂ ਦੇ ਦਰਬਾਰ 'ਚ ਜਾ ਕੇ ਕੀਰਤਨ ਨਹੀਂ ਕਰਾਂਗੇ, ਤਾਂ ਹੁਣ ਸਾਡੇ ਨਾ ਜਾਣ ਕਰਕੇ ਸਾਰੀ ਉਲਟ ਰੀਤੀ ਹੋ ਜਾਵੇਗੀ। ਤਿਨ ਕੋ ਗੁਰੂ ਨੇ ਕਹਿ ਕੋਏ। ਤੇ ਉਹਨਾਂ ਨੂੰ ਕੋਈ ਗੁਰੂ ਨਹੀਂ ਕਹੇਗਾ। ਇਹਨਾਂ ਦੇ ਮਨ ਦਾ ਭਰਮ ਸੀ ਕਿ ਸ਼ਾਇਦ ਅਸੀਂ ਜਾ ਕੇ ਕੀਰਤਨ ਕਰਦੇ ਆ ਤਾਂ ਸਾਰੀ ਸੰਗਤ ਗੁਰੂ ਗੁਰੂ ਕਹਿ ਕੇ ਪੁਕਾਰਦੀ ਹੈ। ਕਹਿਣ ਲੱਗੇ ਹੁਣ ਜਦੋਂ ਜਾ ਕੇ ਅਸੀਂ ਕੀਰਤਨ ਹੀ ਨਹੀਂ ਕਰਾਂਗੇ, ਹੁਣ ਉਲਟ ਰੀਤੀ ਹੋਵੇਗੀ, ਉਹਨਾਂ ਨੂੰ ਕੋਈ ਗੁਰੂ ਕਹਿ ਕੇ ਨਹੀਂ ਪੁਕਾਰੇਗਾ। ਧਨ ਕੀ ਪੂਜਾ ਕਿਤ ਤੇ ਹੋਏ। ਤੇ ਕਹਿਣ ਲੱਗੇ ਜਦੋਂ ਕੋਈ ਫਿਰ ਕੀਰਤਨ ਹੀ ਨਾ ਹੋਇਆ, ਦੀਵਾਨ ਹੀ ਨਾ ਸਜਿਆ, ਤੇ ਫਿਰ ਧਨ ਦੀ ਪੂਜਾ ਕਿਤੋਂ ਹੋਵੇਗੀ? ਕੋਈ ਧਨ ਨਹੀਂ ਚੜਾਵੇਗਾ। ਹਮ ਬਿਨ ਬੈਠਿਓ ਰਹੇ ਇਕਾਕੀ। ਸਾਡੇ ਬਿਨਾ ਗੁਰੂ ਜੀ ਇਕੱਲੇ ਹੀ ਬੈਠੇ ਰਹਿਣਗੇ, ਕਿਉਂਕਿ ਸੰਗਤ ਆਉਂਦੀ ਹੈ ਸਾਡੇ ਕੀਰਤਨ ਕਰਨ ਕਰਕੇ। ਤੇ ਜਦੋਂ ਅਸੀਂ ਕੀਰਤਨ ਹੀ ਨਾ ਕੀਤਾ, ਅਸੀਂ ਚੱਲ ਕੇ ਹੀ ਨਾ ਗਏ, ਤੇ ਗੁਰੂ ਫਿਰ ਸਾਡੇ ਬਿਨਾ ਇਕੱਲੇ ਹੀ ਬੈਠੇ ਰਹਿਣਗੇ। ਮੈਂ ਮਾ ਸਕਲ ਜਾਏ ਹੈ ਤਾਂ ਕੀ। ਤੇ ਸਤਿਗੁਰੂ ਜੀ ਦੀ ਜਿਹੜੀ ਮਹਿਮਾ ਹੈ, ਫਿਰ ਉਹ ਸਾਰੀ ਮਹਿਮਾ ਚਲੀ ਜਾਵੇਗੀ, ਕੋਈ ਉਹਨਾਂ ਦੀ ਮਹਿਮਾ ਨਹੀਂ ਕਰੇਗਾ। ਸੁਨਤ ਸਿੱਖ ਨੇ ਪੁਨ ਸਮਝਾਏ। ਤੇ ਉਹ ਸਿੱਖ ਨੇ ਜਦੋਂ ਇਹਨਾਂ ਦੀਆਂ ਐਸੀਆਂ ਗੱਲਾਂ ਸੁਣੀਆਂ, ਤੇ ਸੁਣ ਕੇ ਸਿੱਖ ਨੇ ਸਮਝਾਉਣਾ ਕੀਤਾ। ਕਹਿਣ ਲੱਗਾ ਸੁਮਤ ਵਿਸਾਰ ਕਹਾਂ ਗਰਬਾਏ। ਕਹਿਣ ਲੱਗੇ ਤੁਸੀਂ ਮਤ ਨੂੰ ਗਵਾ ਕੇ ਕਿਉਂ ਹੰਕਾਰ ਦੇ ਵਿੱਚ ਫਿਰਦੇ ਹੋ? ਕਿਉਂ ਤੁਹਾਡੇ ਮਤ ਦੇ ਉੱਤੇ ਹੰਕਾਰ ਦਾ ਪਰਦਾ ਪੈ ਗਿਆ ਹੈ? ਕਿਆ ਅਨਬਨ ਬੋਲੋ ਮੁਖ ਬਾਣੀ। ਆ ਕੈਸੇ ਤੁਸੀਂ ਬਚਨ ਬੋਲਦੇ ਹੋ? ਕੈਸੇ ਤੁਸੀਂ ਆਪ ਸ਼ਬਦ ਆਪਣੀ ਰਸਨਾ ਤੋਂ ਬੋਲ ਰਹੇ ਹੋ? ਕੈ ਪਾਵਰ ਕੈ ਜਿਮ ਮਦ ਪਾਨੀ। ਤੁਸੀਂ ਤਾਂ ਇਉਂ ਬੋਲ ਰਹੇ ਹੋ ਜਿਵੇਂ ਕੋਈ ਸ਼ੁਦਾਈ ਮਨੁੱਖ ਜਾਂ ਫਿਰ ਕੋਈ ਸ਼ਰਾਬ ਦੀ ਨਸ਼ੇ ਦੀ ਹਾਲਤ ਵਿੱਚ ਹੋਵੇ, ਉਹਨੂੰ ਸੋਝੀ ਨਾ ਹੋਵੇ। ਸ਼ੁਦਾਈ ਮਨੁੱਖ ਹੋਵੇ, ਪਾਗਲਪਨ ਬੌਰਾ ਹੋਵੇ, ਤੇ ਉਹਨੂੰ ਕੋਈ ਸਮਝ ਨਹੀਂ ਆਉਂਦੀ, ਜੋ ਆਉਂਦਾ ਮੂੰਹ 'ਚ ਬੋਲੀ ਜਾਂਦਾ। ਤੇ ਤੈਸੀ ਹਾਲਤ ਜਿਹੜੀ ਹੈ ਉਹ ਨਸ਼ਾ ਕਰਨ ਵਾਲੇ ਦੀ ਵੀ ਹੈ। ਜਦੋਂ ਨਸ਼ੇ ਵਿੱਚ ਮਦਹੋਸ਼ ਹੁੰਦਾ ਹੈ ਤੇ ਫਿਰ ਉਹਨੂੰ ਵੀ ਕੁਝ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲ ਰਿਹਾ। ਕਹਿਣ ਲੱਗੇ ਤੁਸੀਂ ਤਾਂ ਉਹਨਾਂ ਦੇ ਵਾਂਗ ਬਰਸਨਾ ਤੋਂ ਬੋਲ ਰਹੇ ਹੋ। ਤੁਮ ਸਤਿਗੁਰ ਤੇ ਸ਼ੋਭੋ ਭਲੇ। ਕਹਿਣ ਲੱਗੇ ਸਿੱਖ ਨੇ ਸਮਝਾਇਆ, ਕਹਿਣ ਲੱਗਾ ਕਿ ਸਤਿਗੁਰ ਦੇ ਘਰ ਕਰਕੇ ਤੁਹਾਡੀ ਸ਼ੋਭਾ ਹੈ। ਤੁਸੀਂ ਗੁਰੂ ਦਰਬਾਰ ਵਿੱਚ ਜਾਂਦੇ ਹੋ, ਕੀਰਤਨ ਕਰਦੇ ਹੋ, ਗੁਰੂ ਦੇ ਦਰਬਾਰ ਵਿੱਚ ਕੀਰਤਨ ਕਰਕੇ ਸੰਗਤਾਂ ਵਿੱਚ ਤੁਹਾਡੀ ਸ਼ੋਭਾ ਬਣੀ ਹੋਈ ਹੈ। ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਹੋ, ਸੰਗਤਾਂ ਨੂੰ ਸਰਵਣ ਕਰਵਾਉਂਦੇ ਹੋ, ਤੇ ਸੰਗਤਾਂ ਤੁਹਾਡੀ ਸ਼ੋਭਾ ਕਰਦੀਆਂ, ਮਾਨ ਇੱਜ਼ਤ ਕਰਦੀਆਂ ਹਨ। ਕਰੋ ਕੀਰਤਨ ਤਿਨ ਕੋ ਮਿਲੇ। ਤੇ ਚਲੋ ਮੇਰੇ ਨਾਲ ਉੱਠ ਕੇ ਚਲੋ, ਚੱਲ ਕੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਜਾ ਕੇ ਕੀਰਤਨ ਕਰੋ, ਸਤਿਗੁਰੂ ਜੀ ਨੂੰ ਮਿਲਣਾ ਕਰੋ।
ਜਗਤ ਵਿਖੇ ਤੁਮਰੀ ਵਡਿਆਈ। ਤੇ ਸੰਸਾਰ ਦੇ ਵਿੱਚ ਤੁਹਾਡੀ ਵੱਡੀ ਵਡਿਆਈ ਹੋਵੇਗੀ। ਪਹਿਲੇ ਸਾਰੇ ਤੁਹਾਡੀ ਸ਼ੋਭਾ ਕਰਦੇ ਨੇ, ਮਾਣ ਕਰਦੇ ਨੇ, ਤੇ ਹੋਰ ਜ਼ਿਆਦਾ ਵਡਿਆਈ ਤੁਹਾਡੀ ਹੋਵੇਗੀ। ਬਹੁਰੋ ਦਰਬ ਲਿਓ ਸਮੁਦਾਈ। ਤੇ ਫਿਰ ਹੋਰ ਤੁਸੀਂ ਧਨ ਗੁਰੂ ਵਿੱਚੋਂ ਪ੍ਰਾਪਤ ਕਰ ਲੈਣਾ। ਉੱਥੇ ਧਨ ਦੀ ਕੋਈ ਕਮੀ ਹੈ? ਜਿਹੜਾ ਇੱਕੋ ਵਾਰੀ ਧਨ ਮਿਲਣਾ ਹੈ। ਚਲੋ ਗੁਰੂ ਦਰਬਾਰ ਵਿੱਚ ਜਾ ਕੇ ਹਰ ਜਸ ਕਰੋ ਤੇ ਗੁਰੂ ਘਰ ਦੇ ਵਿੱਚੋਂ ਹੋਰ ਧਨ ਤੁਸੀਂ ਪ੍ਰਾਪਤ ਕਰ ਲੈਣਾ। ਉਠੋ ਚਲੋ ਮਾਨੋ ਬਚ ਮੇਰਾ। ਮੇਰਾ ਬਚਨ ਮੰਨ ਕੇ ਤੁਸੀਂ ਉੱਠ ਕੇ ਮੇਰੇ ਨਾਲ ਚੱਲਣਾ ਕਰੋ। ਤੁਮ ਪਰ ਗੁਰੂ ਪ੍ਰਸੰਨ ਕਨੇਰਾ। ਤੁਹਾਡੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਪ੍ਰਸੰਨ ਹਨ। ਇਸ ਪ੍ਰਕਾਰ ਸਿੱਖ ਕੈ ਬੋਹਾਰਿਓ। ਤੇ ਹੁਣ ਸਿੱਖ ਨੇ ਬਹੁਤ ਬਾਰ-ਬਾਰ ਸਮਝਾਉਣ ਦਾ ਯਤਨ ਕੀਤਾ, ਪਰ ਇਹ ਮੂਰਖ ਮਤ ਵਾਲੇ ਨਹੀਂ ਮੰਨੇ। ਤੇ ਇਸ ਤਰ੍ਹਾਂ ਕਹਿ ਕਹਿ ਕੇ ਉਹ ਸਿੱਖ ਹਾਰ ਗਿਆ। ਨਹੀਂ ਚਲਨ ਕੋ ਮੂੜ ਉਚਾਰਿਓ। ਤੇ ਜਦੋਂ ਵੇਖਿਆ ਕਿ ਇਹ ਤਾਂ ਕਿਸੇ ਗੱਲ ਨੂੰ ਮੰਨਦੇ ਨਹੀਂ, ਫਿਰ ਉਹਨੇ ਦੁਬਾਰਾ ਨਹੀਂ ਵੇਖਿਆ, ਨਾ ਮੂਰਖਾਂ ਨੂੰ ਦੁਬਾਰਾ ਚੱਲਣ ਵਾਸਤੇ ਨਹੀਂ ਕਿਹਾ। ਜਾਏ ਗੁਰੂ ਕੇ ਨਿਕਟ ਉਚਾਰੇ। ਤੇ ਉਹ ਸਿੱਖ ਵਾਪਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਆ ਗਿਆ। ਨੈ ਆਵਤ ਬਿਨ ਮਤ ਹੰਕਾਰੇ। ਅੱਗੇ ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ ਉਹ ਮੂਰਖ ਮਾੜੀ ਮਤ ਵਾਲੇ, ਉਹ ਕਿਸੇ ਗੱਲ ਨੂੰ ਨਹੀਂ ਜਾਣਦੇ, ਉਹ ਕੀਰਤਨ ਕਰਨ ਵਾਸਤੇ ਚੱਲ ਕੇ ਆਉਣ ਲਈ ਤਿਆਰ ਨਹੀਂ ਹਨ। ਸੁਨ ਸਤਿਗੁਰ ਸਿੱਖ ਔਰ ਪਠਾਵਾ। ਤੇ ਹੁਣ ਇਸ ਸਿੱਖ ਦੇ ਕੋਲੋਂ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਵੀ ਇਹਨਾਂ ਦਾ ਮਾਣ ਰੱਖਿਆ। ਇੱਕ ਹੋਰ ਸਿੱਖ ਨੂੰ ਭੇਜਿਆ, ਕਹਿਣਾ ਕੀਤਾ, ਲੈਨ ਹੇਤ ਤਿਨ ਸਦਨ ਸਿਧਾਵਾ। ਤੇ ਉਹ ਸਿੱਖ ਨੂੰ ਵੀ ਭੇਜਿਆ ਕਿ ਜਾਓ ਰਬਾਬੀਆਂ ਨੂੰ ਬੁਲਾ ਕੇ ਲਿਆਓ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਉਹ ਸਿੱਖ ਵੀ ਇਹਨਾਂ ਦੇ ਘਰ ਚੱਲ ਕੇ ਗਿਆ। ਚਲੋ ਰਬਾਬੀ ਗੁਰੂ ਹਕਾਰਤ। ਉਹ ਸਿੱਖ ਜਾ ਕੇ ਕਹਿਣ ਲੱਗਾ, ਹੇ ਰਬਾਬੀਓ, ਸਤਿਗੁਰੂ ਜੀ ਤੁਹਾਨੂੰ ਬੁਲਾ ਰਹੇ ਨੇ, ਤੁਹਾਨੂੰ ਯਾਦ ਕਰ ਰਹੇ ਨੇ, ਉੱਠ ਕੇ ਗੁਰੂ ਘਰ ਦੇ ਵਿੱਚ ਜਾਣਾ ਕਰੋ। ਤਿਜ ਚੱਲ ਨਿਜ ਦੁੱਖ ਕਿਉਂ ਨਾ ਉਚਾਰਤ। ਤੁਸੀਂ ਇੱਥੇ ਘਰ ਵਿੱਚ ਬੈਠੇ ਦੁਖੀ ਹੋਈ ਜਾਂਦੇ ਹੋ, ਤੁਸੀਂ ਕਿਉਂ ਨਹੀਂ ਗੁਰੂ ਕੋਲ ਪਹੁੰਚ ਕੇ ਆਪਣਾ ਦੁੱਖ ਦੱਸਦੇ? ਚਲੋ ਮੇਰੇ ਨਾਲ, ਗੁਰੂ ਜੀ ਤੁਹਾਨੂੰ ਯਾਦ ਕਰ ਰਹੇ ਨੇ, ਸਤਿਗੁਰੂ ਜੀ ਕੋਲ ਜਾ ਕੇ ਆਪਣਾ ਦੁੱਖ ਦੱਸਣਾ ਕਰੋ। ਨੌ ਨਿਦ ਰਿਦ ਸਿਧ ਰਮਾ ਬਡੇਰੀ। ਤੇ ਸਤਿਗੁਰ ਦੇ ਘਰ ਦੇ ਵਿੱਚ 9 ਨਿਧੀਆਂ, 18 ਸਿੱਧੀਆਂ ਤੇ ਲక్ష్ਮੀ ਜਿੱਥੇ ਹੱਥ ਜੋੜ ਕੇ ਹਰ ਵਕਤ ਖੜੀ ਰਹਿੰਦੀ ਹੈ। ਹਰ ਵਕਤ, ਕਿਉਂਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਤਾਂ ਦਾਸੀਆਂ ਬਣ ਕੇ ਖੜੀਆਂ ਨੇ ਉੱਥੇ, ਗੁਰੂ ਦੇ ਹੁਕਮ ਦੀ ਉਡੀਕ ਕਰਦੀਆਂ ਨੇ। ਸਤਿਗੁਰੂ ਗੁਰੂ ਨਾਨਕ ਦੇ ਘਰ ਦੇ ਵਿੱਚ 9 ਨਿਧੀਆਂ, 18 ਸਿੱਧੀਆਂ ਤੇ ਮਾਇਆ ਜਿਹੜੀ ਇਹ ਦਾਸੀ ਬਣ ਕੇ ਹੱਥ ਜੋੜ ਕੇ ਖੜੀਆਂ ਹਨ। ਸ਼੍ਰੀ ਗੁਰ ਕੋ ਰੁਖ ਨਿਤ ਪ੍ਰਤ ਹੇਰੀ। ਉਹ ਤਾਂ ਸਤਿਗੁਰ ਪਾਤਸ਼ਾਹ ਜੀ ਵੱਲ ਵੇਖਦੀਆਂ ਨੇ, ਹਰ ਵਕਤ ਹੱਥ ਜੋੜ ਕੇ ਸਤਿਗੁਰੂ ਜੀ ਦੇ ਇਸ਼ਾਰੇ ਦੀ ਉਡੀਕ ਕਰਦੀਆਂ ਨੇ ਕਿ ਸਤਿਗੁਰੂ ਜੀ ਸਾਨੂੰ ਕਦੋਂ ਸੇਵਾ ਦਾ ਮੌਕਾ ਦੇਣ ਤੇ ਇਸ਼ਾਰਾ ਕਰਨ। ਜਿਸ ਦਿਸ਼ ਸ਼ਾਰਤ ਆਪ ਉਸਾਰਤ। ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜਿਹਦੇ ਤੇ ਕਿਰਪਾ ਕਰਦੇ ਨੇ ਨਾ, ਰਹਿਮਤ ਕਰਦੇ ਨੇ, ਜਿਹੜਾ ਸਤਿਗੁਰੂ ਜੀ ਦੇ ਨਾਲ ਅੰਦਰੋਂ ਭੈ ਭਾਵਨੀ ਵਿੱਚ ਰਹਿ ਕੇ ਪ੍ਰੇਮ ਕਰਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਫਿਰ ਜਦੋਂ ਇਸ਼ਾਰਾ ਕਰਦੇ ਨੇ, ਉਸੇ ਪਾਸੇ ਵਾਲੇ 9 ਨਿਧੀਆਂ, 18 ਸਿੱਧੀਆਂ ਤੇ ਲక్ష్ਮੀ ਮਾਇਆ ਜਿਹੜੀ ਹੈ ਰੁੱਖ ਕਰ ਲੈਂਦੀ ਹੈ। ਉਹ ਕਦੇ ਘਰ ਨੂੰ ਜਿਹੜਾ ਉਹ ਭਰਪੂਰ ਕਰ ਦਿੰਦੀ ਹੈ। ਇਸ ਟਿਕ ਜਾਤ ਬਿਲਮ ਨੈ ਧਾਰਤ। ਤੇ ਸਤਿਗੁਰੂ ਜੀ ਦਾ ਇਸ਼ਾਰਾ ਹੋਣ ਦੀ ਦੇਰੀ ਹੈ, ਫਿਰ ਇਹ ਦੇਰੀ ਨਹੀਂ ਲਾਉਂਦੀਆਂ। ਉਸੇ ਵਕਤ ਜਿੱਧਰ ਇਸ਼ਾਰਾ ਹੁੰਦਾ ਹੈ, ਉੱਥੇ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਇਸ਼ਾਰੇ ਨੂੰ ਪਾ ਕਰਕੇ ਪਹੁੰਚ ਜਾਂਦੀਆਂ ਹਨ। ਅਸ ਪ੍ਰਭ ਕੋ ਤੁਮ ਤਿਆਗਤ ਕੈਸੇ। ਤੇ ਐਸੇ ਪ੍ਰਭੂ ਨੂੰ ਤੁਸੀਂ ਕਿਉਂ ਤਿਆਗਦੇ ਹੋ? ਜਿੱਥੇ ਸਾਰੇ ਸੁੱਖ ਨੇ, ਜਿੱਥੇ ਜੀਵਨ ਦਾ ਸਾਰਾ ਆਨੰਦ ਹੈ, ਜਿੱਥੇ 9 ਨਿਧੀਆਂ ਨੇ, 18 ਸਿੱਧੀਆਂ ਨੇ,
ਜਿੱਥੇ ਮਾਇਆ ਵੀ ਹੱਥ ਜੋੜ ਕੇ ਖੜੀ ਹੈ, ਐਸੇ ਪ੍ਰਭੂ ਦਾ ਦਰ ਤੁਸੀਂ ਕਿਉਂ ਛੱਡਦੇ ਹੋ, ਕਿਉਂ ਤਿਆਗਦੇ ਹੋ? ਸਮਝੋ ਸੋ ਮਿਲੋ ਪ੍ਰਤੀਖਤ ਬੈਸੇ। ਇਸ ਕਰਕੇ ਇਸ ਗੱਲ ਨੂੰ ਸਮਝ ਕੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਮਿਲੋ, ਉਹ ਤੁਹਾਨੂੰ ਉਡੀਕ ਰਹੇ ਹਨ। ਦੋਨੋਂ ਪ੍ਰਾਤ ਗਰਭ ਧਰ ਕਹਿਓ। ਤੇ ਇਹਨਾਂ ਦੇ ਉੱਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਹੰਕਾਰ ਨੇ ਐਸੀ ਮੱਤ ਮਾਰ ਦਿੱਤੀ, ਦੋਵੇਂ ਭਰਾ ਹੰਕਾਰ ਦੇ ਵਿੱਚ ਆ ਕੇ ਬੋਲੇ, ਤਿਨ ਟਿਗ ਹਮੋ ਕਛੂ ਨੇ ਲਇਓ। ਕਹਿਣ ਲੱਗੇ ਅਸੀਂ ਗੁਰੂ ਦੇ ਕੋਲੋਂ ਅੱਜ ਤੱਕ ਕੁਝ ਨਹੀਂ ਲਿਆ। ਕੀ ਮਿਲਿਆ ਸਾਨੂੰ ਉਥੋਂ? ਨਹੀਂ ਜਾਏ ਅਬ ਕੈਸੇ ਪਾਸ। ਤੇ ਹੁਣ ਅਸੀਂ ਕਦੀ ਵੀ ਉਹਨਾਂ ਦੇ ਕੋਲ ਨਹੀਂ ਜਾਵਾਂਗੇ, ਸਾਨੂੰ ਉਥੋਂ ਕੁਝ ਮਿਲਿਆ ਹੀ ਨਹੀਂ, ਇਸ ਕਰਕੇ ਹੁਣ ਅਸੀਂ ਕਦੀ ਵੀ ਗੁਰੂ ਦੇ ਕੋਲ ਚੱਲ ਕੇ ਨਹੀਂ ਜਾਵਾਂਗੇ। ਤਿਨ ਕੋ ਤਜ ਹਮ ਰਹੇ ਆਵਾਸ। ਹੁਣ ਅਸੀਂ ਗੁਰੂ ਜੀ ਨੂੰ ਛੱਡ ਕੇ ਆਪਣੇ ਘਰ ਦੇ ਵਿੱਚ ਹੀ ਰਹਾਂਗੇ। ਕੀਤੇ ਯਤਨ ਬਣਾਵੋ ਕੋਈ। ਭਾਵੇਂ ਜਿੰਨੇ ਮਰਜ਼ੀ ਯਤਨ ਕਰ ਲਵੋ, ਕੋਈ ਵੀ ਚੱਲ ਕੇ ਆ ਜਾਵੇ, ਜਿਹੜਾ ਮਰਜ਼ੀ ਯਤਨ ਕਰ ਲਵੇ, ਗੁਰ ਸੰਗ ਹਮਰੋ ਮੇਲ ਨਾ ਹੋਈ। ਕਹਿਣ ਲੱਗੇ ਹੁਣ ਗੁਰੂ ਦੇ ਨਾਲ ਸਾਡਾ ਮੇਲ ਨਹੀਂ ਹੋ ਸਕਦਾ। ਇਹ ਜਦੋਂ ਜੀਵਨ ਦਾ ਕੋਈ ਕਰਮ ਐਸਾ ਮਾੜਾ ਅੱਗੇ ਆ ਜਾਵੇ, ਓਏ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ। ਧੁਰ ਤੋਂ ਮਸਤਕ ਦਾ ਲਿਖਿਆ ਹੋਇਆ ਲੇਖ ਕੋਈ ਮਾੜਾ ਅੱਗੇ ਆ ਜਾਵੇ ਤੇ ਫਿਰ ਜੀਵ ਐਸੇ ਬੋਲ ਬੋਲਦਾ ਗੁਰੂ ਤਾਈਂ, ਗੁਰੂ ਪ੍ਰਤੀ। ਕਹਿੰਦੇ ਕੋਈ ਜਿੰਨਾ ਮਰਜ਼ੀ ਯਤਨ ਕਰੇ, ਕੈਸੇ ਵੀ ਯਤਨ ਬਣਾ ਲਵੇ, ਹੁਣ ਗੁਰੂ ਦੇ ਨਾਲ ਸਾਡਾ ਕੋਈ ਮੇਲ ਨਹੀਂ ਹੋ ਸਕਦਾ। ਸੁਨ ਕਠੋਰ ਬਾਣੀ ਤਿਨ ਕੇਰੀ। ਤੇ ਇਹਨਾਂ ਦੀ ਐਸੇ ਕਠੋਰ ਕਈਆਂ ਹੋਈਆਂ ਗੱਲਾਂ ਨੂੰ ਸੁਣ ਕੇ ਕਯੋ ਜਾਏ ਗੁਰ ਕੋ ਤਿਸ ਬੇਰੀ। ਕਿ ਉਹ ਸਿੱਖ ਜਿਹੜਾ ਸੀ ਉਹ ਵਾਪਸ ਆ ਗਿਆ। ਵਾਪਸ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੱਸਣ ਲੱਗਾ, ਪ੍ਰਭ ਜੀ ਨੇ ਮਾਨੇ ਕਿਮ ਮੂਡੇ। ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਜੀ, ਉਹ ਮੂਰਖ ਮਤ ਵਾਲੇ ਹੰਕਾਰ ਨੇ ਉਹਨਾਂ ਦੀ ਮਤ ਤੇ ਪਰਦਾ ਪਾ ਦਿੱਤਾ ਹੈ। ਹੰਕਾਰ ਦੇ ਨਾਲ ਉਹਨਾਂ ਦਾ ਹਿਰਦਾ ਹੁਣ ਜਿਹੜਾ ਭਰਿਆ ਹੋਇਆ ਹੈ, ਤੇ ਹੰਕਾਰੀ ਹੋ ਕੇ ਹੁਣ ਉਹ ਕਿਸੇ ਵੀ ਗੱਲ ਨੂੰ ਮੰਨ ਕੇ ਆਉਣ ਲਈ ਤਿਆਰ ਨਹੀਂ ਹਨ। ਰਿਓ ਗਰਭ ਮਦ ਹਿਰਦੇ ਅਰੂਡੇ। ਤੇ ਉਹਨਾਂ ਦਾ ਹਿਰਦਾ ਹੁਣ ਜਿਹੜਾ ਹੈ ਉਹ ਹੰਕਾਰ ਦੇ ਨਾਲ ਭਰਿਆ ਹੋਇਆ ਹੈ। ਸੁਨ ਸ਼੍ਰੀ ਅਰਜਨ ਛਿਮਾ ਨਿਧਾਨਾ। ਤੇ ਖਿਮਾ ਦੇ ਘਰ, ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਹੁਣ ਦੂਜੇ ਸਿੱਖ ਨੇ ਵੀ ਜਦੋਂ ਆ ਕੇ ਦੱਸਿਆ ਤੇ ਉਹਦੋਂ ਕੋਲੋਂ ਸੁਣ ਕਰਕੇ ਝੂਠੇ ਤਿਨ ਕੋ ਕਰਨ ਮਹਾਨਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕੱਲ ਨੂੰ ਇਹ ਨਾ ਕਹਿਣ, ਜੇ ਗੁਰੂ ਜੀ ਕਹਿੰਦੇ ਤੇ ਅਸੀਂ ਆ ਜਾਂਦੇ, ਗੁਰੂ ਜੀ ਆਪ ਲੈਣ ਆ ਜਾਂਦੇ। ਹੁਣ ਉਹਨਾਂ ਨੂੰ ਝੂਠਾ ਕਰਨ ਵਾਸਤੇ ਕਿਉਂਕਿ ਉਹਨਾਂ ਕੋਲ ਮੌਕਾ ਨਾ ਬਚੇ, ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਦਿਖਾਉਣਾ ਸੀ ਕਿ ਸੰਸਾਰ ਵਿੱਚ ਇਹ ਝੂਠੇ ਕਿਵੇਂ ਹੋਣਗੇ। ਆਪ ਚਲਨ ਕੋ ਪਿਉਤ ਵਿਚਾਰਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਚੱਲ ਕੇ ਲਿਆਉਣ ਦੀ ਜਿਹੜੀ ਵਿਉਂਤ ਹੈ ਉਹਦੇ ਬਾਬਤ ਵਿਚਾਰਿਆ ਹੈ। ਤਿਨ ਕੇ ਵਿਦਿਆ ਕੋ ਅਹੰਕਾਰਾ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ, ਅੰਤਰਜਾਮੀ ਸਤਿਗੁਰੂ ਜੀ ਵਿਚਾਰਿਆ ਮਨ ਅੰਦਰ ਕਿ ਉਹਨਾਂ ਨੂੰ ਆਪਣੀ ਵਿਦਿਆ ਦਾ ਹੰਕਾਰ ਹੋ ਗਿਆ ਹੈ। ਵਿਦਿਆ ਦੇ ਵਿੱਚ ਹੰਕਾਰੀ ਹੋ ਗਏ ਨੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੀ ਮਨ ਦੀ ਹਾਲਤ ਨੂੰ ਜਾਣਿਆ ਹੈ। ਸਾਦਰ ਆਨੇ ਤਿਨ ਕੋ ਜਾਏ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਫਿਰ ਵੀ ਇਹਨਾਂ ਨੂੰ ਅਦਬ ਸਤਿਕਾਰ ਦੇ ਨਾਲ ਲਿਆਉਣਾ ਚਾਹੁੰਦੇ ਨੇ ਕਿ ਗੁਰੂ ਘਰ ਦੇ ਵਿੱਚ ਬਾਣੀ ਦਾ ਕੀਰਤਨ ਕਰਨ, ਸੰਗਤਾਂ ਨੂੰ ਸਰਵਣ ਕਰਵਾਉਣ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਅਦਬ ਸਤਿਕਾਰ ਦੇ ਨਾਲ ਇਹਨਾਂ ਨੂੰ ਲਿਆਉਣਾ ਚਾਹੁੰਦੇ ਹਨ। ਬਹੁਰੋ ਦਰਬ ਦਹੀਂ ਸਮੁਦਾਏ। ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਸਮਝਾ ਕੇ ਲੈ ਕੇ ਆਉਂਦੇ ਹਾਂ, ਆ ਕੇ ਗੁਰਬਾਣੀ ਦਾ ਕੀਰਤਨ ਕਰਨਗੇ, ਹੋਰ ਵੀ ਬਹੁਤ ਧਨ ਇਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਦੇ ਦੇਵਾਂਗੇ। ਕਰੇ ਕੀਰਤਨ
ਗੁਰ ਜਸ ਗਾਵੇਂ ਸਿੱਖ ਸੰਗਤ ਕੇ ਹਿਰਦੇ ਬਸਾਵੇਂ। ਕਹਿਣ ਲੱਗੇ ਚੱਲ ਕੇ ਆਉਣ ਭਾਈ ਬਲਵੰਡ ਰਾਏ, ਭਾਈ ਸੱਤਾ ਜੀ, ਆ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਨ ਰਾਗਾਂ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਬਾਣੀ ਦਾ ਕੀਰਤਨ ਜਦੋਂ ਕਰਨਗੇ ਤੇ ਬਾਣੀ ਦਾ ਕੀਰਤਨ ਕਰਕੇ ਸਿੱਖ ਸੰਗਤਾਂ ਜਦੋਂ ਸਰਵਨ ਕਰਨਗੀਆਂ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਉਹ ਗੁਰਬਾਣੀ ਦੇ ਸ਼ਬਦ ਜਿਹੜੇ ਨੇ ਵਸ ਜਾਣਗੇ। ਜਹੀਐ ਰੁਚਿਰ ਰਬਾਬੀ ਹਮੇ। ਤੇ ਕਹਿਣ ਲੱਗੇ ਐਸੇ ਜਿਹੜੇ ਰਬਾਬੀ ਨੇ, ਜਿਨ੍ਹਾਂ ਦੇ ਕੋਲੇ ਕਲਾ ਹੈ, ਜਿਨ੍ਹਾਂ ਦੇ ਕੋਲੇ ਗੁਣ ਹੈ, ਇਹ ਰਬਾਬੀ ਗੁਰੂ ਘਰ ਦੇ ਵਿੱਚ ਸਾਨੂੰ ਚਾਹੀਦੇ ਹਨ। ਕਰੇ ਕੀਰਤਨ ਦੋਨੋਂ ਸਮੇਂ। ਜਿਹੜੇ ਦੋਨੋਂ ਸਮੇਂ ਸਤਿਗੁਰੂ ਜੀ ਦੇ ਦਰ ਘਰ ਦੇ ਵਿੱਚ ਆ ਕੇ ਗੁਰੂ ਦਰਬਾਰ ਦੇ ਵਿੱਚ ਬਾਣੀ ਦਾ ਕੀਰਤਨ ਕਰਨ। ਇਮ ਵਿਚਾਰ ਕਰ ਭੇ ਗੁਰ ਤਿਆਰੀ। ਇਸ ਤਰ੍ਹਾਂ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਇਹਨਾਂ ਨੂੰ ਲਿਆਉਣ ਵਾਸਤੇ ਤਿਆਰ ਹੋਏ ਹਨ। ਜਿਨ ਸੁਭਾਵ ਪਰ ਕਵੀ ਬਲਿਹਾਰੀ। ਜਿਨ੍ਹਾਂ ਦੇ ਸੁਭਾਅ ਤੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਐਸਾ ਨਿਮਰਤਾ ਭਰਿਆ ਸੁਭਾਅ, ਐਸੇ ਖਿਮਾ ਦੇ ਧਾਰਨੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੁਭਾਅ ਤੋਂ ਕਵੀ ਸੰਤੋਖ ਸਿੰਘ ਬਲਿਹਾਰ ਜਾਂਦਾ ਹੈ। ਦੋਹਰਾ ਧਰਮ ਸਾਲ ਸਾਲੋ ਜਹਾਂ ਤਿਸ ਕੇ ਨਿਕਟ ਨਿਕੇਤ। ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਭਾਈ ਸਾਲੋ ਜੀ ਦਾ ਜਿੱਥੇ ਟੋਭਾ ਹੈ, ਭਾਈ ਸਾਲੋ ਜੀ ਜਿਹੜੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸਤਿਗੁਰੂ ਜੀ ਦੇ ਹਜ਼ੂਰ ਰਹਿ ਕੇ ਜਿਨ੍ਹਾਂ ਨੇ ਸੇਵਾ ਕਮਾਈ, ਭਾਈ ਸਾਲੋ ਜੀ ਦਾ ਜਿੱਥੇ ਟੋਭਾ ਵਾਲਾ ਸਥਾਨ ਹੈ, ਉੱਥੇ ਉਹ ਧਰਮਸ਼ਾਲਾ ਦੇ ਨਜ਼ਦੀਕ ਹੀ ਇਹਨਾਂ ਦਾ ਭਾਈ ਬਲਵੰਡ ਰਾਏ ਤੇ ਭਾਈ ਸੱਤਾ ਜੀ ਦਾ ਘਰ ਸੀ। ਆਪ ਜਾਏ ਆਨੇ ਤਿਨੇ ਗਮਨੇ ਗੁਰ ਇਸ ਹੇਤ। ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਅਸੀਂ ਆਪ ਚੱਲ ਕੇ ਉਹਨਾਂ ਨੂੰ ਲੈ ਕੇ ਆਉਨੇ ਆ। ਇਹ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਆਪ ਚੱਲ ਕੇ ਗਏ ਹਨ। ਨਿਸ਼ਾਨੀ ਛੰਦ ਗਮਨੇ ਸ਼੍ਰੀ ਅਰਜਨ ਤਬੈ ਤਿਨ ਸਦਨ ਮਜਾਰੇ। ਹੁਣ ਸਤਿਗੁਰੂ ਪਾਤਸ਼ਾਹ ਜੀ ਚੱਲ ਕੇ ਜਦੋਂ ਪਹੁੰਚੇ ਇਹਨਾਂ ਦੇ ਘਰ ਦੇ ਕੋਲ, ਦਰਵਾਜ਼ੇ ਵਿੱਚੋਂ ਲੰਘ ਕੇ ਸਤਿਗੁਰੂ ਪਾਤਸ਼ਾਹ ਜੀ ਅੰਦਰ ਪ੍ਰਵੇਸ਼ ਕਰ ਗਏ। ਕਰਨ ਹੇਤ ਆਦਰ ਸ਼ਬਦ ਸੋ ਗਾਵਨ ਹਾਰੇ। ਤੇ ਇਹਨਾਂ ਦਾ ਆਦਰ ਕਰਨ ਵਾਸਤੇ ਕਿ ਗੁਰਬਾਣੀ ਦਾ ਗਾਇਨ ਕਰਦੇ ਨੇ, ਗੁਰਬਾਣੀ ਦੇ ਸ਼ਬਦ ਜਿਹੜੇ ਨੇ ਰਾਗਾਂ ਵਿੱਚ ਸਰਵਣ ਕਰਵਾਉਂਦੇ ਨੇ ਸੰਗਤਾਂ ਨੂੰ, ਇਸ ਵਾਸਤੇ ਇਹਨਾਂ ਦਾ ਆਦਰ ਸਤਿਕਾਰ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਆਪ ਚੱਲ ਕੇ ਗਏ। ਸ਼੍ਰੀ ਨਾਨਕ ਤੇ ਆਦ ਗੁਰ ਸਭ ਹਿਨ ਏ ਰਾਖੇ। ਤੇ ਮਨ ਵਿੱਚ ਵਿਚਾਰਿਆ ਕਿ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਜਿਨ੍ਹਾਂ ਦਾ ਸੰਗ ਕੀਤਾ ਭਾਈ ਮਰਦਾਨਾ ਜੀ ਨੇ, ਰਬਾਬੀ ਰੱਖਿਆ ਭਾਈ ਮਰਦਾਨਾ ਜੀ ਨੂੰ, ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਆਪਣੇ ਦਰਬਾਰ ਦੇ ਵਿੱਚ ਇਹ ਰਬਾਬੀ ਰੱਖੇ ਹਨ। ਗਾਏ ਗੁਰੂ ਕੇ ਸ਼ਬਦ ਕੋ ਸਿੱਖ ਸੁਨੇ ਪਿਲਾਖੇ। ਤੇ ਜਦੋਂ ਇਹ ਆਧਾਰਤ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਦੇ ਨੇ ਤੇ ਸਿੱਖ ਸੰਗਤਾਂ ਬੜੀ ਚਾਹ ਦੇ ਨਾਲ, ਬੜੀ ਭਾਵਨਾ ਦੇ ਨਾਲ ਇਹਨਾਂ ਦੇ ਪਾਸੋਂ ਬਾਣੀ ਦਾ ਕੀਰਤਨ ਸਰਵਣ ਕਰਦੀਆਂ ਹਨ। ਬਹੁਤਨ ਕੋ ਕਲਿਆਣ ਹੈ ਸੁਨ ਬੇਅਰ ਗਾਏ। ਤੇ ਜਿਹੜਾ ਵੀ ਮਨ ਚਿੱਤ ਲਾ ਕੇ ਇਸ ਰੱਬੀ ਬਾਣੀ ਦਾ ਸ਼ਬਦ ਕੀਰਤਨ ਕਰਦਾ, ਗਾਉਂਦਾ ਜਾਂ ਸੁਣਦਾ, ਉਹਦੀ ਕਲਿਆਣ ਹੋ ਜਾਂਦੀ ਹੈ। ਇਹ ਬਾਣੀ ਕਲਿਆਣਕਾਰੀ ਹੈ। ਜਿਹੜਾ ਵੀ ਮਨ ਚਿੱਤ ਲਾ ਕੇ ਬਾਣੀ ਦਾ ਗਾਇਨ ਕਰਦਾ ਜਾਂ ਸੁਣਦਾ ਹੈ, ਉਹ ਕਲਿਆਣ ਪ੍ਰਾਪਤ ਕਰ ਲੈਂਦਾ, ਉਹਦੀ ਕਲਿਆਣ ਹੋ ਜਾਂਦੀ ਹੈ। ਬੋਹਰੋ ਆਦਰ ਸ਼ਬਦ ਕੋ
ਵਿਚਾਰਤ ਤੇ ਜਾਏ। ਫਿਰ ਉਹ ਸ਼ਬਦ ਨੂੰ ਸਰਵਣ ਕਰਕੇ ਫਿਰ ਉਸ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ। ਔਰ ਪ੍ਰਵੇਸ਼ੇ ਸਦਨ ਮੈਂ ਸ਼੍ਰੀ ਅਰਜਨ ਠਾਂਡੇ। ਇਸ ਤਰ੍ਹਾਂ ਵਿਚਾਰਦੇ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਰਵਾਜ਼ੇ ਚੋਂ ਲੰਘ ਕੇ ਘਰ ਦੇ ਅੰਦਰ ਵਿੱਚ ਪ੍ਰਵੇਸ਼ ਕੀਤਾ ਹੈ। ਦੇਖ ਨ ਆਦਰ ਉਠ ਕਰਿਓ ਔਰ ਗਰਭ ਜੋ ਬਾਟੇ। ਪਰ ਐਸੀ ਮੱਤ ਤੇ ਪੜਦਾ ਪਿਆ ਕਿ ਦੀਨ ਦੁਨੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਚੱਲ ਕੇ ਘਰ ਆਏ ਨੇ ਤੇ ਮਾੜੀ ਮੱਤ ਵਾਲੇ ਹੰਕਾਰ ਦੇ ਭਰਿਆ ਹੋਇਆਂ ਨੇ ਉੱਠ ਕੇ ਕੋਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਤਿਕਾਰ ਨਹੀਂ ਕੀਤਾ, ਨਾ ਉੱਠ ਕੇ ਨਮਸਕਾਰ ਕੀਤੀ ਹੈ। ਬੈਠ ਰਹੇ ਦੋਨੋਂ ਮੁਗਧ ਮੁਖ ਧਰ ਕਰ ਮੋਨਾ। ਤੇ ਦੋਵੇਂ ਮੂਰਖ ਹੁਣ ਮੌਨ ਧਾਰਨ ਕਰ ਲਿਆ, ਮੁਖ ਤੋਂ ਕੁਝ ਬੋਲਦੇ ਵੀ ਨਹੀਂ ਤੇ ਦੋਵੇਂ ਮੂਰਖ ਭਰਾ ਮੂਰਖ ਬਣੇ ਹੋਏ ਚੁੱਪ ਕਰਕੇ ਬੈਠੇ ਹਨ। ਮੈਂ ਮਾਲਖੇ ਨਾ ਗੁਰੂ ਕੀ ਚਲ ਆਏ ਪੌਨਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ ਕਿ ਸਾਡੇ ਘਰ ਦੇ ਵਿੱਚ ਚੱਲ ਕੇ ਆਏ ਨੇ ਮੁਕਤੀ ਦੇ ਦਾਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ, ਮਹਿਮਾ ਨਾ ਜਾਣਦੇ ਹੋਏ ਇਹਨਾਂ ਨੇ ਉੱਠ ਕੇ ਕੋਈ ਅਦਬ ਸਤਿਕਾਰ ਨਹੀਂ ਕੀਤਾ। ਸੱਤੇ ਅਰ ਬਲਵੰਡ ਕੋ ਸ਼੍ਰੀ ਅਰਜਨ ਪਾਖੀ। ਤੇ ਫਿਰ ਵੀ ਕਿੰਨਾ ਵਿਸ਼ਾਲ ਹਿਰਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਇਹਨਾਂ ਦਾ ਇਹ ਰੁਖ ਵੇਖ ਕੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਨ ਅੰਦਰ ਕੋਈ ਗੁੱਸਾ ਨਹੀਂ ਕੀਤਾ ਕਿ ਸਾਡੇ ਸਤਿਕਾਰ ਲਈ ਖੜੇ ਨਹੀਂ ਹੋਏ, ਸਾਡਾ ਸਤਿਕਾਰ ਨਹੀਂ ਕੀਤਾ। ਫਿਰ ਵੀ ਇਹ ਸਾਰਾ ਕੁਝ ਵੇਖ ਕੇ ਵੀ ਖਿਮਾ ਦੇ ਘਰ ਸਤਿਗੁਰੂ ਪਾਤਸ਼ਾਹ ਜੀ ਨੇ ਖਿਮਾ ਕਰਦੇ ਹੋਏ ਦੋਵਾਂ ਨੂੰ ਕਹਿਣ ਲੱਗੇ, ਕੋ ਕਾਰਨ ਐਸੋ ਪਇਓ ਜਿਸ ਤੇ ਰਿਸ ਰਾਖੀ। ਕਹਿਣ ਲੱਗੇ ਭਾਈ ਬਲਵੰਡ ਰਾਏ ਜੀ, ਭਾਈ ਸੱਤਾ ਜੀ, ਐਸਾ ਕਿਹੜਾ ਕਾਰਨ ਬਣ ਗਿਆ? ਕੀ ਕਾਰਨ ਐਸਾ ਹੋ ਗਿਆ? ਕਿਹੜੇ ਕਾਰਨ ਤੁਸੀਂ ਗੁਰੂ ਘਰ ਦੇ ਨਾਲ ਗੁੱਸੇ ਹੋਏ ਹੋ? ਆਵਨ ਜਾਨੋ ਦਰਬ ਹੈ ਨੈ ਥਿਰਤਾ ਪੈ ਹੈ। ਇਹ ਮਾਇਆ ਤਾਂ ਆਉਣ ਜਾਣ ਦਾ ਇੱਕ ਖੇਲ ਹੈ, ਇਹ ਤੇ ਪਰਛਾਵੇਂ ਦੀ ਨਿਆਈ ਹੈ। ਇਹ ਤਾਂ ਜੀਵਨ ਵਿੱਚ ਆਉਂਦੀ ਹੈ ਜਾਂਦੀ ਰਹਿੰਦੀ ਹੈ, ਇਹ ਸਥਿਰ ਰਹਿਣ ਵਾਲੀ ਨਹੀਂ ਮਾਇਆ। ਜਿਸ ਮਾਇਆ ਦੇ ਕਾਰਨ ਤੁਸੀਂ ਮਨ ਅੰਦਰ ਗੁੱਸਾ ਰੱਖਿਆ, ਗੁਰੂ ਘਰ ਨਾਲ ਗੁੱਸੇ ਹੋਏ ਹੋ, ਇਹ ਮਾਇਆ ਤਾਂ ਆਉਣ ਜਾਣ ਦਾ ਖੇਲ, ਆਉਂਦੀ ਜਾਂਦੀ ਰਹਿੰਦੀ ਹੈ, ਸਥਿਰ ਰਹਿਣ ਵਾਲੀ ਨਹੀਂ। ਕਿਸ ਤੇ ਰਿਸ ਤੁਮ ਕਿਉਂ ਕਰੀ ਪੁਨ ਬਹੁਤੋ ਦੇ ਹੈ। ਤੇ ਕਹਿਣ ਲੱਗੇ ਮਾਇਆ ਕਾਰਨ ਤੁਸੀਂ ਕਿਉਂ ਗੁੱਸਾ ਕਰਕੇ ਬੈਠੇ ਹੋ? ਚਲੋ ਗੁਰੂ ਘਰ ਦੇ ਵਿੱਚ ਹੋਰ ਬਹੁਤ ਧਨ ਤੁਹਾਨੂੰ ਮਿਲੇਗਾ, ਬਹੁਤ ਧਨ ਤੁਹਾਨੂੰ ਪ੍ਰਾਪਤ ਹੋਵੇਗਾ। ਸ਼੍ਰੀ ਨਾਨਕ ਕੋ ਕੋਸ਼ ਹੈ ਕਮਤੀ ਕੁਛ ਨਾਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਉਹ ਧੰਨ ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਹੈ, ਜਿਸ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ, ਕਦੀ ਤੋਟ ਨਹੀਂ ਆਉਂਦੀ। ਦਿੰਦਾ ਦੇ, ਲੈਂਦੇ ਥੱਕ ਪਾਹੇ। ਲੈਣ ਵਾਲੇ ਥੱਕ ਜਾਂਦੇ ਨੇ, ਉਹ ਤਾਂ ਦੇਈ ਜਾਂਦਾ, ਉਹਦੇ ਘਰ ਵਿੱਚ ਕੋਈ ਤੋਟ ਨਹੀਂ ਆਉਂਦੀ। ਇਸ ਕਰਕੇ ਗੁਰੂ ਨਾਨਕ ਦਾ ਖਜ਼ਾਨਾ ਹੈ, ਗੁਰੂ ਨਾਨਕ ਦੇ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਹੈ। ਸ਼ਰਧਾ ਧਰ ਕੀਰਤਨ ਕਰੋ ਆਵੇ ਤੁਮ ਪਾਈ। ਤੇ ਤੁਸੀਂ ਚਲੋ ਸ਼ਰਧਾ ਧਾਰਨ ਕਰਕੇ ਭਾਈ ਬਲਵੰਡ ਰਾਏ, ਭਾਈ ਸੱਤਾ ਜੀ ਗੁਰਬਾਣੀ ਦਾ ਕੀਰਤਨ ਕਰੋ। ਜਦੋਂ ਪ੍ਰੇਮ ਵਿੱਚ ਭਿੱਜ ਕੇ ਭਾਵਨਾ ਨਾਲ ਕੀਰਤਨ ਕਰੋਗੇ ਤੇ ਮਾਇਆ ਤਾਂ ਤੁਹਾਡੇ ਚਰਨਾਂ ਦੀ ਦਾਸੀ ਬਣੀ ਫਿਰੇਗੀ, ਇਹ ਤੁਹਾਡੇ ਕੋਲ ਆਪੇ ਚੱਲ ਕੇ ਆ ਜਾਵੇਗੀ। ਸੁਨ ਬੋਲਿਓ ਬਲਵੰਡ ਤਬ ਹਮ ਪਿਖਿਓ ਨਾ ਕੋਈ। ਤੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਪਰ ਇਹ ਮੂਰਖ ਬਾਤ ਵਾਲੇ ਸਮਝਦੇ ਨਹੀਂ। ਹੁਣ ਅੱਗੋਂ ਕੈਸੇ ਜਵਾਬ ਦਿੰਦੇ ਨੇ? ਤੇ ਜਦੋਂ ਗੁਰੂ ਨਾਨਕ ਦੇਵ ਵੀ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਨਿਰਾਦਰ ਕਰਦੇ ਆਪ ਸ਼ਬਦ ਬੋਲਦੇ ਨੇ ਕਿ ਗੁਰੂ ਨਾਨਕ ਦੀ ਵੀ ਮਹਿਮਾ ਰਬਾਬੀ ਮਰਦਾਨੇ ਕਰਕੇ ਸੀ, ਗੁਰੂ ਨਾਨਕ ਨੂੰ ਵੀ ਕੋਈ ਜਾਣਦਾ ਨਹੀਂ ਸੀ। ਹੁਣ ਆਪਣੇ ਬਾਰੇ ਕਹੇ ਹੋਏ ਆਪ ਸ਼ਬਦ ਤਾਂ ਸਤਿਗੁਰੂ ਜੀ ਨੇ
ਉਹਨਾਂ ਨੂੰ ਜਰ ਲਿਆ, ਬਰਦਾਸ਼ਤ ਕਰ ਲਿਆ, ਕੋਈ ਗੁੱਸਾ ਮਨ ਵਿੱਚ ਨਹੀਂ ਲਿਆਂਦਾ। ਪਰ ਜਦੋਂ ਗੁਰੂ ਨਾਨਕ ਦੇ ਬਾਬਤ ਅਪਸ਼ਬਦ ਬੋਲਦੇ ਨੇ, ਨਿੰਦਿਆ ਕੀਤੀ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਵੱਲੋਂ ਕਿਵੇਂ ਧਰਕਾਰੇ ਜਾਂਦੇ ਨੇ, ਇਹ ਆਪਾਂ ਕੱਲ ਦੇ ਪ੍ਰਕਰਣ ਅੰਦਰ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਣ ਦੀ ਸਮਾਪਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ।